ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਵੈਨਕੂਵਰ ਕੈਨਿਕਸ ਦੇ ਲਈ ਸਾਈਨ ਕੀਤੇ ਗਏ ਅਰਸ਼ਦੀਪ ਬੈਂਸ ਦੇ ਪਰਿਵਾਰ ਦੇ ਨਾਲ ਚੈਨਲ ਪੰਜਾਬੀ ਨੇ ਕੀਤੀ ਗੱਲਬਾਤ। ਪਰਿਵਾਰ ਦੀ ਪੂਰੀ ਸਪੋਰਟ ਦੇ ਨਾਲ ਅਰਸ਼ਦੀਪ ਨੂੰ ਮਿਲੀ ਤਰੱਕੀ। ਹੈਲਥ ਕੇਅਰ ਵਰਕਰ ਤੇ अर्ਲੀ ਚਾਈਲਡ ਕੇਅਰ ਐਜੂਕੇਟਰ ਕਰੋ BCPNP ਲਈ ਤਿਆਰੀ। 3 ਮਹੀਨਿਆਂ ਦੇ ਪ੍ਰੋਸੈਸ 'ਚ ਮਿਲੇਗੀ PR। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਐਡਮਿੰਟਨ 'ਚ ਮਨਾਇਆ ਜਿੱਤ ਦਾ ਜਸ਼ਨ। ਕਿਹਾ ਆਪ ਕਰੇਗੀ ਪੰਜਾਬ ਲਈ ਸਾਰੇ ਕੰਮ। ਜਿੱਥੇ ਖਬਰਾਂ ਵਿਸਥਾਰ ਦੇ ਨਾਲ ਔਰ ਸਭ ਤੋਂ ਪਹਿਲਾਂ ਚੰਗੀ ਖਬਰ ਦੇ ਨਾਲ ਸ਼ੁਰੂਆਤ ਕਰ ਲੈਂਦੇ ਹਾਂ। ਦੱਸਦੇ ਕਿ ਅਰਸ਼ਦੀਪ ਬੈਂਸ ਜੋ ਕਿ ਵੈਨਕੂਵਰ ਕੈਨਿਕਸ ਦੇ ਵੱਲੋਂ NHL ਦੇ ਲਈ ਸਾਈਨ ਕੀਤੇ ਗਏ ਨੇ। ਬਹੁਤ ਹੀ ਮਾਣ ਵਾਲੀ ਗੱਲ, ਜਿੱਥੇ ਉਹਨਾਂ ਦੇ ਪਰਿਵਾਰ ਨੂੰ ਇਹ ਲੱਗ ਰਹੀ ਹੈ ਉੱਥੇ ਹੀ ਪੰਜਾਬੀ ਮੂਲ ਤੇ ਕੈਨੇਡਾ ਦੇ ਲਈ ਵੀ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ। ਅਰਸ਼ਦੀਪ ਬੈਂਸ ਦੇ ਪੂਰੇ ਪਰਿਵਾਰ ਦੇ ਨਾਲ ਅਸੀਂ ਮੁਲਾਕਾਤ ਕਰਨ ਪਹੁੰਚੇ। ਉਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਖੁਸ਼ੀ ਨੂੰ ਬਿਆਨ ਕੀਤਾ। ਇੰਨਾ ਹੀ ਨਹੀਂ, ਪੰਜਾਬ ਦੇ ਵਿੱਚ ਅਰਸ਼ਦੀਪ ਬੈਂਸ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਇਸ ਵੇਲੇ ਬਹੁਤ ਜ਼ਿਆਦਾ ਖੁਸ਼ ਨੇ ਅਰਸ਼ਦੀਪ ਦੀ ਤਰੱਕੀ ਤੋਂ, ਕਿਉਂਕਿ ਅਰਸ਼ ਅੱਜ ਅਰਸ਼ਾਂ ਤੇ ਹੈ। ਅਰਸ਼ਦੀਪ ਦੇ ਪਿਤਾ ਜੀ, ਮਾਤਾ, ਦਾਦੀ, ਭਾਬੀ, ਭਰਾ ਸਾਰਿਆਂ ਨੇ ਆਪਣੀ ਖੁਸ਼ੀ ਬਿਆਨ ਕੀਤੀ ਹੈ। ਆਓ ਦੇਖਦੇ ਹਾਂ ਅਰਸ਼ਦੀਪ ਦੇ ਪਰਿਵਾਰ ਦੇ ਨਾਲ ਇਹ ਸਪੈਸ਼ਲ ਕੀਤੀ ਗੱਲਬਾਤ। ਬੇਸ਼ੱਕ ਫੀਲਡ ਹਾਕੀ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਆਪਣਾ ਚੰਗਾ ਖਾਸਾ ਨਾਮ ਬਣਾਇਆ ਹੈ, ਪਰ ਬਹੁਤ ਹੀ ਘੱਟ ਖਿਡਾਰੀ ਨੇ ਪੰਜਾਬੀ ਮੂਲ ਦੇ ਜਿਹੜੇ ਕਿ ਆਈਸ ਹਾਕੀ ਦੇ ਵਿੱਚ ਆਪਣਾ ਜਿਹੜਾ ਚੰਗਾ ਉਹਨਾਂ ਨੇ ਨਾਮ ਬਣਾਇਆ ਹੈ। ਚੌਥੇ ਜਿਹੜੇ ਇਸ ਵੇਲੇ ਆਈਸ ਹਾਕੀ ਦੇ ਵਿੱਚ ਜਾਣ ਵਾਲੇ ਖਿਡਾਰੀ ਬਣੇ ਨੇ ਉਹ ਨੇ ਅਰਸ਼ਦੀਪ ਬੈਂਸ। ਅਰਸ਼ਦੀਪ ਸੰਬੰਧੀ ਜੀ, ਅਰਸ਼ਦੀਪ ਦੇ ਫਾਦਰ ਇੱਥੇ ਹੈਗੇ ਨੇ ਮੇਰੇ ਨਾਲ। ਸਭ ਤੋਂ ਪਹਿਲਾਂ ਕੁਲਦੀਪ ਬੈਂਸ ਜੀ ਤੁਹਾਡੇ ਨਾਲ ਗੱਲ ਕਰਾਂਗੇ। ਕੁਲਦੀਪ ਜੀ, ਅਰਸ਼ਦੀਪ ਨੇ ਨਾ ਸਿਰਫ ਕਮਿਊਨਿਟੀ ਦਾ ਨਾਮ ਰੋਸ਼ਨ ਕੀਤਾ, ਪਰਿਵਾਰ ਦਾ, ਬਲਕਿ ਕੈਨੇਡਾ ਦਾ ਵੀ ਚੰਗਾ ਖਾਸਾ ਨਾਮ ਬਣਾਇਆ, ਕਿਉਂਕਿ ਬਹੁਤ ਹੀ ਭਾਰਤੀ ਮੂਲ ਦੇ ਜਿਹੜੇ ਪੰਜਾਬੀ ਮੂਲ ਦੇ ਆਪਣੇ ਪੰਜਾਬੀ ਨੇ ਜਿਹੜੇ ਕਿ ਆਈਸ ਹਾਕੀ ਵੱਲ ਨੂੰ ਚਾਹੁੰਦੇ ਨੇ। ਸੋ ਕਿਵੇਂ ਅਰਸ਼ਦੀਪ ਨੇ ਮਨ ਬਣਾਇਆ ਆਈਸ ਹਾਕੀ ਵੱਲ ਜਾਣ ਦਾ? ਹਾਂਜੀ, ਉਹ ਪਹਿਲਾਂ ਤੋਂ ਹੀ ਮੇਰਾ ਜਿੱਦਾਂ ਹਾਕੀ ਸਪੋਰਟਸ ਦੇ ਨਾਲ ਬਹੁਤ ਪਿਆਰ ਸੀ। ਸੋ ਜਿੱਦਾਂ ਉਹਨੂੰ ਨਿਆਣਿਆਂ ਨੂੰ ਮੈਂ ਇਹੀ ਫੋਲੋ ਕਰਨਾ ਚਾਹੁੰਦਾ ਸੀ ਕਿ ਫੋਲੋ ਕਰਨ ਕਿ ਸਪੋਰਟਸ ਵੱਲ ਨੂੰ ਹੀ ਥੋੜ੍ਹਾ ਧਿਆਨ ਰੱਖਣ ਜ਼ਿਆਦਾ। ਸੋ ਦੈਟਸ ਹਾਊ ਆਈ ਸਟਾਰਟਡ ਗੋਇੰਗ ਇਨਟੂ ਹਾਕੀ। ਜੀ ਬਿਲਕੁਲ। ਨੋਰਮਲੀ ਜਿਵੇਂ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਰਹਿ ਰਹੇ ਨੇ ਉਹ ਜਦੋਂ ਆਪਣਾ ਫਿਊਚਰ ਚੁਣਦੇ ਨੇ ਤਾਂ ਬੜਾ ਸੋਚ ਸਮਝ ਕੇ ਹੀ ਚੁਣਦੇ ਨੇ। ਬੜੇ ਉਹਨਾਂ ਦੇ ਰੋਲ ਮਾਡਲ ਵੀ ਹੁੰਦੇ ਨੇ। ਅਸੀਂ ਜਦੋਂ ਪ੍ਰੋਫਾਈਲ ਪੜ੍ਹਿਆ ਅਰਸ਼ਦੀਪ ਦਾ ਤਾਂ ਉਹਨੇ ਦੱਸਿਆ ਵੀ ਮੇਰੇ ਕੋਲ ਜ਼ਿਆਦਾ ਰੋਲ ਮਾਡਲ ਕੋਈ ਸੀਗੇ ਨਹੀਂ, ਪਰ ਜਦੋਂ ਫੀਲਡ ਹਾਕੀ ਦੀ ਗੱਲ ਕਰੀਏ ਤਾਂ ਰਵੀ ਬੈਂਸ ਹੋਣੀ ਜਿਹੜੇ ਮਨਿਸਟਰ ਹੈਗੇ ਨੇ ਤਾਂ ਉਹਨਾਂ ਦੀਆਂ ਸਾਡੇ ਕੋਲ ਐਗਜ਼ਾਮਪਲ ਹੈਗੀਆਂ ਨੇ। ਸੋ ਜਿਹੜੀਆਂ ਕਿ ਫੀਲਡ ਹਾਕੀ ਵੱਲ ਨੂੰ ਜਾਣ ਦੇ ਲਈ ਸਾਰਿਆਂ ਨੂੰ ਇੱਕ ਮਾਰਗਦਰਸ਼ਨ ਕਰਦੀਆਂ ਨੇ। ਪਰ ਉਸ ਦੇ ਬਾਵਜੂਦ ਵੀ ਅਰਸ਼ਦੀਪ ਨੇ ਆਈਸ ਹਾਕੀ ਚੁਣਿਆ। ਹੁਣ ਇਹ ਦੱਸੋ ਵੀ ਅਰਸ਼ਦੀਪ ਨੇ ਖੁਦ ਚੁਣਿਆ ਜਾਂ ਪਰਿਵਾਰ ਨੇ ਉਹਨੂੰ ਕਿਹਾ ਵੀ ਆਈਸ ਹਾਕੀ ਦੇ ਵਿੱਚ ਤੈਨੂੰ ਜਾਣਾ ਚਾਹੀਦਾ? ਐਕਚੁਅਲੀ ਉਹਨੇ ਜਿੱਦਾਂ ਮੇਰਾ ਵੀ ਪਿਆਰ ਫਿਰ ਹਾਕੀ ਦੇ ਨਾਲ ਸੀ। ਸੋ ਇਸ ਕਰਕੇ ਜ਼ਿਆਦਾ ਫੈਮਿਲੀ ਦੇ ਵਿੱਚ TV 'ਤੇ ਚਾਹੇ ਫਿਰ ਜੋ ਵੀ ਅਰਾਊਂਡ ਹਾਊਸ ਔਰ ਜਿੱਦਾਂ ਫਰੈਂਡ ਗਰੁੱਪ ਦੇ ਵਿੱਚ ਜ਼ਿਆਦਾ ਆਈਸ ਹਾਕੀ ਸੀ। ਉਸ ਟਾਈਮ ਜਦੋਂ ਅਸੀਂ ਫਸਟ ਪਹਿਲਾਂ ਇਮੀਗ੍ਰੈਂਟ ਹੋਏ ਇੱਥੇ ਆਪਣੇ ਕੈਨੇਡਾ 80s, ਤਾਂ ਉਸ ਟਾਈਮ 'ਤੇ ਵੀ ਹੈਡ ਆ ਰੋਲ ਮਾਡਲ ਰੋਬਨ ਬਾਬਾ। ਜਿਸ ਟਾਈਮ ਉਸ 80s, late 80s and early 90s, so we were all ਸਾਡਾ ਰੋਲ ਮਾਡਲ ਸੀ। ਤਾਂ ਇਸੇ ਤਰ੍ਹਾਂ we had so much like love in hockey at that time। ਉਹੀ ਫੋਲੋ ਕਰ ਰਹੇ ਸੀ, ਇਸੇ ਕਰਕੇ ਸਪੋਰਟਸ ਹਾਕੀ ਵੱਲੋਂ ਸਾਡਾ ਇਸੇ। ਸੋ ਇਹੀ ਮੈਂ ਵੀ ਸੋਚਦਾ ਸੀ ਕਿ ਚਲੋ ਮੇਰੀ ਤਾਂ ਰੀਚ ਤੋਂ ਬਾਹਰ ਸੀ ਉਸ ਟਾਈਮ 'ਤੇ ਕਿ ਹੁਣ ਇੰਨੀ ਫਲੂਐਂਟ ਲਾਈਕ ਸਕੇਟਿੰਗ ਨਹੀਂ ਸੀ ਕਰ ਸਕਦੇ। ਤਾਂ ਸੋ ਆਈ ਹੈਡ ਲਾਈਕ ਮੇਰਾ ਜਿਹੜਾ ਡਰੀਮ ਸੀ ਕਿ ਇੱਕ ਦਿਨ ਸਾਡੀ ਵੀ ਫੈਮਿਲੀ 'ਚ ਚਾਹੇ ਮੇਰਾ ਬੱਚਾ ਕੋਈ ਇਸ ਤਰ੍ਹਾਂ ਜਾ ਸਕੇ ਕਿ ਰੋਲ ਮਾਡਲ ਬਣ ਸਕੇ ਆਪਣੀ ਕਮਿਊਨਿਟੀ ਦੇ ਵਿੱਚ। ਸੋ ਹੀ ਅਰਸ਼ਦੀਪ has kind of followed and put us in that spot। ਸੋ ਅਰਸ਼ਦੀਪ ਦੇ ਮਦਰ ਵੀ ਇੱਥੇ ਸਾਡੇ ਨਾਲ ਜੁੜੇ ਹੋਏ ਨੇ। ਜਦੋਂ ਇੱਕ ਬੱਚਾ ਆਈਸ ਹਾਕੀ ਖੇਡਦਾ ਤਾਂ ਉਹ ਸਿਰਫ ਇਕੱਲਾ ਨਹੀਂ ਖੇਡ ਰਿਹਾ ਹੁੰਦਾ, ਪੂਰੇ ਪਰਿਵਾਰ ਦੀ ਉਹਦੇ ਵਿੱਚ ਸਪੋਰਟ ਜਾਂਦੀ ਹੈ। ਪੂਰੇ ਪਰਿਵਾਰ ਨੂੰ ਉਹਦੇ ਅਰਾਊਂਡ ਰਹਿਣਾ ਪੈਂਦਾ ਹੈ। ਸੋ ਕਿਵੇਂ ਸਪੋਰਟ ਕੀਤੀ ਔਰ ਕਿਵੇਂ ਤੁਸੀਂ ਸਾਰਿਆਂ ਨੇ ਉਹ ਸਾਰਾ ਸੰਭਾਲਿਆ ਵੀ ਅਰਸ਼ਦੀਪ ਨੂੰ ਵੱਧ ਤੋਂ ਵੱਧ ਟਾਈਮ ਦੇਣਾ? ਹੋਰ ਵੀ ਬੱਚੇ ਹੈਗੇ ਨੇ ਉਹਨਾਂ ਨੂੰ ਵੀ ਟਾਈਮ ਦੇਣਾ ਪੈਂਦਾ ਸੀਗਾ, ਪਰ ਜਿਹੜਾ ਆਈਸ ਹਾਕੀ ਖੇਡਦਾ ਹੁੰਦਾ ਉਹਨੂੰ ਬਹੁਤ ਜ਼ਿਆਦਾ ਟਾਈਮ ਚਾਹੀਦਾ। ਕਿਵੇਂ ਤੁਸੀਂ ਸਾਰਾ ਮੈਨੇਜ ਕੀਤਾ? ਐਕਚੁਅਲੀ ਮੇਰੇ ਤਿੰਨੇ ਬੇਟੇ ਹਾਕੀ ਖੇਡਦੇ ਸੀ। ਪਹਿਲਾਂ ਅੰਮ੍ਰਿਤ ਬੈਂਸ ਇਹ ਵੀ ਖੇਡਦਾ ਸੀਗਾ। ਹਾਂਜੀ, ਇਹ ਜਿੱਦਾਂ ਐਸੋਸੀਏਸ਼ਨ ਲੈਵਲ 'ਤੇ ਖੇਡਿਆ। ਜਿਹੜਾ ਸੈਕਿੰਡ ਹਰਵੀਰ ਸਿੰਘ ਬੈਂਸ ਆ ਉਹ ਵੀ ਗੁੱਡ ਪਲੇਅਰ ਸੀਗਾ, ਉਹ ਵੀ ਵਧੀਆ ਖੇਡਿਆ। ਜਿਵੇਂ ਪ੍ਰੋਵਿੰਸ ਲੈਵਲ 'ਤੇ ਉਹ ਵੀ ਖੇਡਿਆ ਸੀਗਾ। ਹਾਂਜੀ, ਅਰਸ਼ਦੀਪ ਦੇ ਵਿੱਚ ਪਰਮਾਤਮਾ ਵੱਲੋਂ ਉਹਦੇ ਵਿੱਚ ਸਕਿੱਲ ਥੋੜ੍ਹੀ ਜ਼ਿਆਦਾ ਸੀਗੀ, ਅਤੇ ਜਦੋਂ ਵੀ ਉਹਨੂੰ ਕੋਈ ਦੇਖਦਾ ਸੀਗਾ ਫਿਰ ਸਾਰੇ ਉਹਦੇ ਲਈ ਕਮੈਂਟ ਕਰਦੇ ਸੀ ਵੀ ਇਹਦੇ ਸਪੈਸ਼ਲ ਆ ਸਮਥਿੰਗ। ਸੋ ਅਸੀਂ ਉਹਦੇ ਨਾਲ ਵੀ ਟਾਈਮ ਸਪੈਂਡ ਕੀਤਾ, ਵੱਡਿਆਂ ਬੱਚਿਆਂ ਨਾਲ ਵੀ ਕੀਤਾ। ਫਿਰ ਜਿਵੇਂ ਜਿਵੇਂ ਉਹਦੀ ਲੋੜ ਸੀ ਉੱਦਾਂ ਹੀ ਫਿਰ ਸਾਨੂੰ ਉਹਦੇ ਨਾਲ ਟਾਈਮ ਸਪੈਂਡ ਕਰਨਾ ਪਿਆ।
ਹਾਂਜੀ ਸੋ ਇਹ ਨੇ ਅਰਸ਼ਦੀਪ ਦੇ ਬ੍ਰਦਰ। ਤੁਸੀਂ ਵੀ ਜਿਵੇਂ ਕਿ ਦੱਸਿਆ ਤੁਸੀਂ ਵੀ ਹਾਕੀ ਵਗੈਰਾ ਦੇ ਵਿੱਚ ਇੰਟਰਸਟਿਡ ਸੀਗੇ? ਹਾਂਜੀ ਯਾ ਅਸੀਂ ਵੀ ਆਲਵੇਜ਼ ਇੰਟਰਸਟਿਡ ਸੀਗੇ, ਤਾਂ ਥੋੜੀ ਲੇਟ ਸਟਾਰਟ ਕੀਤੀ ਸੀ ਅਸੀਂ, ਬਟ ਯਾ ਆਲਵੇਜ਼ ਹਾਕੀ ਦਾ ਨੰਬਰ 1 ਇੰਟਰਸਟ ਸੀ ਸਾਡਾ, ਤਾਂ ਯਾ ਜਿੱਦਾਂ ਆਲਵੇਜ਼ ਸਪੋਰਟ ਕੀਤਾ, ਤਾਂ ਯਾ। ਸੋ ਲੱਗਦਾ ਸੀ ਤੁਹਾਨੂੰ ਵੀ NHL ਦੇ ਵਿੱਚ ਜਾਣਾ ਇੱਕ ਬਹੁਤ ਹੀ ਵੱਡੀ ਕਹਿ ਸਕਦੇ ਆ ਕਿ ਗੱਲ ਹੁੰਦੀ ਹੈ, ਸਪੈਸ਼ਲੀ ਪੰਜਾਬੀ ਮੂਲ ਦੇ ਬੱਚੇ ਜਿਹੜੇ ਚੁਣੇ ਜਾਂਦੇ ਨੇ, ਤੇ ਅੱਜ ਕੱਲ੍ਹ ਦਾ ਜਿਹੜਾ ਮਾਹੌਲ ਹੈ ਬਹੁਤ ਹੀ ਘੱਟ ਆਈਸ ਹਾਕੀ ਵੱਲ ਜਾਂਦੇ ਨੇ। ਅਰਸ਼ਦੀਪ ਜਿਹੜਾ ਉਹ ਚੌਥਾ ਖਿਡਾਰੀ ਹੁਣ ਜਿਹੜਾ ਬਣ ਚੁੱਕਿਆ ਹੈਗਾ NHL ਦੇ ਵਿੱਚ ਵੱਲੋਂ ਚੁਣੇ ਜਾਣ ਵਾਲਾ। ਸੋ ਕੀ ਲੱਗਦਾ ਅੱਗੇ ਤੁਹਾਨੂੰ ਲੱਗਦਾ ਵੀ ਜੇ ਤੁਹਾਡੇ ਲਈ ਵੀ ਇੱਕ ਬਹੁਤ ਵੱਡਾ ਰੋਲ ਮਾਡਲ ਹੁਣ ਜਿਹੜਾ ਉਹ ਅਰਸ਼ਦੀਪ ਸਾਬਿਤ ਹੋ ਰਿਹਾ? ਹਾਂਜੀ ਫॉर श्योर ਯਾ, ਜਿੱਦਾਂ ਇਟਸ ਬਹੁਤ ਵੱਡੀ ਡੀਲ ਆ, ਤਾਂ it's very hard, like so Arshi will be like a good role model for other South Asians, and yeah. ਸੋ ਜਿਸ ਤਰੀਕੇ ਨਾਲ ਕੁਲਦੀਪ ਜੀ ਟਾਰਗੇਟ ਹੁੰਦੇ ਨੇ ਸਾਰਿਆਂ ਦੇ ਸੈੱਟ, ਤੁਸੀਂ ਕਿਹੜੀ ਚੀਜ਼ ਦੇਖਦੇ ਸੀ ਸਭ ਤੋਂ ਜ਼ਿਆਦਾ ਅਰਸ਼ਦੀਪ ਦੇ ਵਿੱਚ ਟਾਰਗੇਟ ਅੱਗੇ ਕੀ ਹੈਗੇ, ਮਤਲਬ ਹੁਣ ਵੀ ਹੈਗੇ ਨੇ, ਉਸ ਟਾਈਮ ਦੇ ਉੱਤੇ ਵੀ ਜਦੋਂ ਗੱਲਾਂ ਕਰਦੇ ਸੀ ਆਈਸ ਹਾਕੀ ਦੀਆਂ ਤਾਂ ਲੱਗਦਾ ਸੀ ਵੀ ਇਸ ਲੈਵਲ ਤੱਕ ਜਿਹੜਾ ਜਾਣਾ ਉਹ ਹੋ ਜਾਏਗਾ? ਨਹੀਂ, ਟਾਰਗੇਟ ਇੰਨਾ ਵੱਡਾ ਤਾਂ ਨਹੀਂ ਸੀ, ਪਰ ਆਲਵੇਜ਼ ਦੇਰ ਵਾਜ਼ ਜਿਹੜੀ ਹੋਪ ਹੁੰਦੀ ਆ ਕਿ ਹਾਂ ਹੀ ਕੈਨ ਵਨ ਡੇ, ਜਿਹੜਾ ਸੁਪਨਾ ਜਿਹਨੂੰ ਜਿਹੜੀ ਬੰਦਾ ਸੁਪਨਾ ਦੇਖਦਾ ਨਾ, ਸੁਪਨਾ ਦੇਖ ਰਿਹਾ ਸੀ, ਪਰ ਬਲੀਵ ਨਹੀਂ ਹੈਗਾ ਵੀ ਲਾਈਕ ਹੀ ਹੈਜ਼ ਕਮ ਟੂ ਦਿਸ ਪੁਆਇੰਟ, ਲਾਈਕ ਜਾਣੀ ਜਿੱਥੇ ਤੱਕ ਪਹੁੰਚ ਗਿਆ ਹੋ ਜਾਣੀ ਹਜੇ ਵੀ ਸੁਪਨੇ ਵਾਂਗੂ ਹੀ ਲੱਗ ਰਿਹਾ ਕਿ ਹਾਂ ਵੀ ਇਹ ਸੁਪਨਾ ਹੀ ਹੈ, ਪਰ ਹੁਣ ਜਾਣੀ ਇਟ ਇਜ਼ ਲਾਈਕ ਕਿੱਦਾਂ ਕਹਿੰਦੇ ਹੁੰਦੇ ਆ ਯੂ ਹੈਵ, ਜਦੋਂ ਤੁਸੀਂ ਫੀਲਿੰਗ ਤੁਹਾਨੂੰ ਹੈਗੀਆਂ, ਪਰ ਤੁਸੀਂ ਉਹਨੂੰ ਜਿਹੜੇ ਹੌਲੀ ਇਟ ਕਮਸ ਲਾਈਕ ਹੌਲੀ ਤੁਹਾਨੂੰ ਜਾਣੀ ਹੁਣ ਫੀਲ ਹੋ ਰਿਹਾ ਕਿ ਹਾਂ ਇਹ ਆਲਰੇਡੀ ਇੱਥੇ ਆ ਚੁੱਕਾ ਹੈ ਹੁਣ ਜਾਣੀ So it was very like it was very tough going through that. He had hard times, ਜਿੱਦਾਂ ਹੁਣ ਤਾਂ ਉਹਨੇ tough time ਵੀ ਦੇਖਿਆ ਜਦੋਂ ਆਉਂਦੇ ਨੇ, he overcome that, like like he would talk to me, Dad, like I really want to do this. Like he never gave up, like there was a tough role, like he missed the drafts in the Bantam, then he missed the drafts in like while he was going, and he missed the draft like time in NHL, but he never quit, like he always focused. And he always worked hard, and he always kept praying, and ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਤਾਂ ਇਹ ਕਹਿੰਦੇ ਕਿ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਇਹਦੇ ਵਿੱਚ। ਜੀ ਬਿਲਕੁਲ। ਸੋ ਅਰਸ਼ਦੀਪ ਦੇ ਦਾਦੀ ਜੀ ਵੀ ਇੱਥੇ ਹੈਗੇ ਨੇ, ਦਾਦੀ ਜੀ ਨਾਲ ਵੀ ਅਸੀਂ ਗੱਲ ਕਰਦੇ ਹਾਂ ਜੀ। ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡਾ ਜਿਹੜਾ ਪੋਤਾ ਹੈ ਉਹ ਚੁਣਿਆ ਗਿਆ NHL ਲਈ? ਬਹੁਤ, ਮੈਂ ਤਾਂ ਖੁਸ਼ ਹਾਂ ਬਹੁਤ, ਪਹਿਲਾਂ ਹੀ ਮੈਨੂੰ ਬਹੁਤ ਸੀ ਫਿਕਰ ਵੀ ਇਹ ਚੁਣਿਆ ਜਾਵੇ, ਬਹੁਤ ਮੈਂ ਤਾਂ ਗੌਰ ਲਈ ਕਰਦੀ ਸੀ। ਸੋ ਤੁਹਾਡੇ ਨਾਲ ਅਰਸ਼ਦੀਪ ਜਦੋਂ ਆ ਕੇ ਮਿਲਦਾ ਸੀ, ਜਦੋਂ ਵੀ ਗੇਮ ਖੇਡਣ ਜਾਂਦਾ ਸੀ, ਤੇ ਕਿਵੇਂ ਗੱਲਾਂ ਕਰਦਾ ਹੁੰਦਾ ਹੈ ਤੇ ਕਿਵੇਂ ਤੁਹਾਡੇ ਵੱਲੋਂ ਉਹਨੂੰ ਆਸ਼ੀਰਵਾਦ ਦਿੱਤਾ? ਕਰਦਾ, ਕਹਿੰਦਾ ਮੈਂ ਤੈਨੂੰ ਬੀਬੀ ਬਹੁਤ ਪਿਆਰ ਕਰਦਾ ਆ। ਉੱਥੇ ਵੀ ਮੈਨੂੰ ਫੋਨ 'ਤੇ ਰੋਜ਼ ਨਹੀਂ ਤਾਂ ਤੀਏ ਚੌਥੇ ਮੈਨੂੰ ਗੱਲ ਕਰਦਾ, ਬਹੁਤ ਪਿਆਰ ਕਰਦਾ। ਮੈਂ ਬਹੁਤ ਕਰਦੀ ਹਾਂ, ਸਾਰਿਆਂ ਨੂੰ ਕਹਾਂ, ਫਿਰ ਦੂਰ ਚਲੇ ਜਾਂਦਾ, ਜ਼ਿਆਦਾ ਹੋ ਜਾਂਦਾ, ਫਿਰ ਦੂਰ ਹੀ ਆ ਮੇਰੇ ਤੋਂ ਥੋੜ੍ਹਾ। ਸੋ ਕਿਵੇਂ ਦਾ ਲੱਗਦਾ ਜਦੋਂ ਅਰਸ਼ਦੀਪ ਨੂੰ ਦੇਖਦੇ ਹੋ ਟੀਵੀ 'ਤੇ, ਉਹ ਆਪਣਾ ਵਧੀਆ ਪਰਫਾਰਮੈਂਸ ਦਿੰਦਾ ਹੈ, ਹੁਣ ਵੀ ਉਹਨੇ ਅੱਗੇ ਬਹੁਤ ਅੱਗੇ ਜਾਣਾ, ਟੀਵੀ 'ਚ ਦੇਖਿਆ? ਉਹਦੀ ਗੇਮ ਦੇਖਦੇ ਆ ਜਿਸ ਲਈ ਆਉਂਦੀ ਆ ਟੀਵੀ 'ਤੇ, ਵੇਖ ਕੀਤੀ ਹੁੰਦੇ ਨੇ, ਮੈਨੂੰ ਸਾਰੀ ਗੇਮ ਦੇਖ ਕੇ ਸੌਂਦੇ, ਬਹੁਤ ਖੁਸ਼ ਹੁੰਦੀ ਹੈ। ਕੀ ਅੱਗੇ ਕਹਿਣਾ ਚਾਹੋਗੇ ਅਰਸ਼ ਨੂੰ, ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ, ਮੈਂ ਕਹਿੰਦੀ ਗਾਹਾਂ ਬਹੁਤ ਤਰੱਕੀ ਕਰੇਗਾ ਅਤੇ ਬਹੁਤ ਜ਼ਿਆਦਾ ਕਰੇ, ਹੋਰ ਉਹਦੇ ਵੱਲ 'ਤੇ ਆਪਾਂ ਵਧੀਆ ਰਵੇ। ਹਾਂਜੀ ਸੋ ਅਰਸ਼ਦੀਪ ਦੇ ਭਾਬੀ ਜੀ ਵੀ ਹੈਗੇ ਨੇ ਸਾਡੇ ਨਾਲ, ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਵੀ ਸਾਡੇ ਨਾਲ ਜ਼ਰੂਰ ਥੋੜ੍ਹੀਆਂ ਬਹੁਤੀਆਂ ਅਰਸ਼ਦੀਪ ਸੰਬੰਧੀ ਗੱਲਾਂ ਜਿਹੜੀਆਂ ਸਾਂਝੀਆਂ ਕਰਨ। ਸੋ ਤੁਸੀਂ ਭਾਬੀ ਜੀ ਉਹ ਕਹਿੰਦੇ ਭਾਬੀਆਂ ਦਾ ਜਿਹੜਾ ਪਿਆਰ ਹੁੰਦਾ ਨਾ ਉਹ ਦੇਵਰਾਂ ਨੂੰ ਬਹੁਤ ਹੈ ਨਾ ਵਧੀਆ ਹੁੰਦਾ ਤੇ ਫਲਦਾ ਫੁੱਲਦਾ ਹੈ। ਹੁਣ ਤੁਸੀਂ ਦੱਸੋ ਵੀ ਭਾਬੀ ਦਾ ਕੀ ਰੋਲ ਸੀਗਾ ਅਰਸ਼ਦੀਪ ਦੀ ਤਰੱਕੀ ਦੇ ਵਿੱਚ? ਮੇਰਾ ਤਾਂ ਕੋਈ ਬਸ ਮਿਨੀਮਮ ਸੀਗਾ, ਬਸ ਉਹਨੂੰ ਆਲ ਦਾ ਟਾਈਮ ਟੈਕਸਟ ਮੈਸੇਜ ਲਾਈਕ ਗੁੱਡ ਜੌਬ, ਤੂੰ ਸਾਰਿਆਂ ਨੂੰ ਹੈਪੀ ਕਰਦਾ, ਰਾਈਟ, just keeping tabs on him, like we love you, do good, ਉਹੀ ਹੁੰਦਾ ਆ। ਤੇ ਭਾਬੀ ਦੇ ਹੱਥ ਦੇ ਪਰੌਂਠੇ ਨਹੀਂ ਖਿਲਾਉਂਦੇ ਹੁੰਦੇ ਸੀ ਉਹਨੂੰ ਬਣਾ ਕੇ? ਨਾ, ਉਹਦਾ ਚਿਕਨ ਟਾਕੋਸ ਕਹੀ ਜਾਂਦਾ ਮੈਨੂੰ ਤੇ ਤੂੰ ਬਣਾ ਦੀ ਮੇਰੇ ਵਾਸਤੇ, ਪਰ ਨੋ, ਉਹ ਮਾਂ ਦਾ ਹੱਥ ਤੋਂ ਆਉਂਦਾ ਪਰੌਂਠਿਆਂ ਦਾ। ਸੋ ਜਦੋਂ ਪਤਾ ਲੱਗਿਆ ਵੀ ਅਰਸ਼ਦੀਪ ਹੁਣ ਚੁਣਿਆ ਗਿਆ ਤੇ ਪਰਿਵਾਰ ਦੇ ਵਿੱਚ ਫਿਰ ਕਿਵੇਂ ਦਾ ਮਾਹੌਲ ਸੀ, ਕੀ ਕਰ ਰਹੇ ਸੀ ਉਸ ਟਾਈਮ ਤੇ ਸਾਰੇ ਜਣੇ? ਡੈਡੀ ਜੀ ਦਾ ਮੈਸੇਜ ਆਇਆ ਸੀ, ਕਹਿੰਦੇ ਛੇਤੀ ਆ ਜਾਓ, ਤੇ
ਗੁੱਡ ਨਿਊਜ਼ ਆ ਗਿਆ ਤੇ ਜਦੋਂ ਅਸੀਂ ਆ ਗਏ ਸਾਰੇ ਖੁਸ਼ ਹਜੇ ਸੀਗੇ ਤੇ ਅਸੀਂ ਉਹਨੂੰ ਰਾਈਟ ਅਵੇ ਫੋਨ ਕਰੀ ਜਾਂਦੇ ਸੀਗੇ ਤੇ ਬਸ ਉਹਨੂੰ ਕਹਿੰਦੇ ਸੀ ਅਸੀਂ ਬਹੁਤ ਪ੍ਰਾਊਡ ਆ ਬਹੁਤ ਪਿਆਰ ਕਰਦੇ ਆ ਤੈਨੂੰ। ਅੱਗੇ ਕੀ ਲੱਗਦਾ ਹੈ ਕਿ ਵੈਨਕੂਵਰ ਕੈਨਿਕਸ ਦੇ ਵਿੱਚ ਵਿੰਟਰ 올림픽ਸ ਜਾਂ ਵਰਲਡ ਕੱਪ ਦੇ ਲਈ ਵੀ ਕੋਈ ਟਾਰਗੇਟ ਸੈੱਟ ਕੀਤੇ ਗਏ ਨੇ ਅਰਸ਼ਦੀਪ ਦੇ ਵੱਲੋਂ? Oh, that's hard to say. First, he has to ਜਦੋਂ ਹੁਣ ਆਉਣਾ ਉਹਨੇ ਪਹਿਲਾਂ he has to go with the process to make a team, like ਜਦੋਂ ਟੀਮ ਦੇ ਉੱਤੇ ਉਹਨੇ ਜਾਣਾ ਕਿ he has to get ready for the team, so that he ਜਦੋਂ ਉਹਦੇ ਮਨ ਦੇ ਵਿੱਚ ਜਦੋਂ ਵੀ ਕੁਝ ਆ ਜਾਂਦਾ he picks something up, ਉਹ ਬਹੁਤ ਹਾਰਡ ਵਰਕ ਕਰਦਾ ਲਈ। if he have the plan that he wants to play for national team one day, that ਜੇ ਉਹਦੇ ਮਨ 'ਚ ਆ ਗਿਆ I have a full belief that he will achieve that goal too. ਸੋ ਅਰਸ਼ਦੀਪ ਵਰਗੇ ਬਹੁਤ ਹੀ ਘੱਟ ਬੇਸ਼ੱਕ ਆਈਸ ਹਾਕੀ ਦੇ ਵਿੱਚ ਖਿਡਾਰੀ ਹੈਗੇ ਨੇ, ਟਾਰਚ ਗੇਰਰ ਜਿਹੜੇ ਹੈਗੇ ਨੇ, ਤੇ ਹੁਣ ਕੀ ਲੱਗਦਾ ਹੈ ਅਰਸ਼ਦੀਪ ਵੀ ਇੱਕ ਜਿਹੜਾ ਬਹੁਤ ਸਾਰੇ ਬੱਚਿਆਂ ਨੂੰ ਜਾਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ, ਯੰਗ ਜਨਰੇਸ਼ਨ ਜਿਹੜੀ ਖਾਸ ਕਰਕੇ ਕੈਨੇਡਾ ਦੇ ਵਿੱਚ ਹੈ, ਉਹਨਾਂ ਨੂੰ ਮੋਟੀਵੇਟ ਕਰਦੇ ਨੇ ਵੀ ਵੱਧ ਤੋਂ ਵੱਧ ਜਿਹੜੇ ਨੇ ਆਈਸ ਹਾਕੀ ਵੱਲ ਆਓ? ਹਾਂਜੀ, ਉਹਦਾ ਇਹ ਬਹੁਤ ਇੱਕ ਇਹ ਉਹਦਾ ਬਹੁਤ ਮਨ ਦੇ ਵਿੱਚ ਇਹ ਗੋਲ ਆ ਕਿ ਜਿੱਦਾਂ ਰੋਬਨ ਬਾਵਾ, ਮੈਨੀ ਮਲਹੋਤਰਾ and these big you know legend figures in our community, he wants to be a part of that group, like ਕਹਿੰਦਾ ਮੈਂ ਵੀ ਕਿਸੇ ਜਿੰਨੇ ਕੁ like much as he can, ਜਿੰਨੇ ਵੀ ਜਣੀ ਯੰਗ ਜਨਰੇਸ਼ਨ ਉਹਨਾਂ 'ਚ ਉਤਸ਼ਾਹਿਤ ਕਰ ਸਕੇ ਕਿ ਉਹ ਹਾਕੀ ਵੱਲ ਨੂੰ ਜਾ ਕੇ ਯਾਨੀ ਤਕੜੇ ਗੁੱਡ ਫੀਲਡ ਦੇ ਵਿੱਚ ਪਹੁੰਚਣ ਕਿ they never just he wants to give a message that you never quit, like ਉਹਦੀ ਜਿਹੜੀ ਜੇ ਤੁਸੀਂ ਸਟੋਰੀ ਦੇਖੋ ਕਿ he had a hard time, so he never quit. He wants to give a message to the community, to our ਜਿਹੜੇ ਬੱਚੇ ਆ ਸਾਰੇ ਉਹਨਾਂ ਨੂੰ ਕਿ you never quit, it doesn't matter what comes in your way, you keep working hard and pray hard and you will get paid for it. Like he is a big example ਉਹ ਸਾਡੇ ਸਾਹਮਣੇ ਕਿ ਉਹਨੇ ਕਦੀ ਵੀ give up ਨਹੀਂ ਕੀਤਾ, ਕਹਿੰਦਾ ਕਿ I want to achieve this goal and he did. ਸੋ ਤੁਹਾਡਾ ਮਾਂ ਦਾ ਰੋਲ ਤੋਂ ਵੱਡਾ ਕੋਈ ਰੋਲ ਨਹੀਂ ਹੁੰਦਾ ਇੱਕ ਬੱਚੇ ਦੀ ਤਰੱਕੀ ਦੇ ਵਿੱਚ, ਤੇ ਤੁਹਾਨੂੰ ਕੀ ਲੱਗਦਾ ਹੈ ਲਾਈਕ ਜਦੋਂ ਅਸੀਂ ਅੱਜ ਦੇ ਦੌਰ ਨੂੰ ਦੇਖਦੇ ਹਾਂ ਕੈਨੇਡਾ ਦੇ ਵਿੱਚ ਸਾਡੇ ਪੰਜਾਬੀ ਬਹੁਤ ਸਾਰੇ ਭਾਈਚਾਰੇ ਦੇ ਲੋਕ ਹੈਗੇ ਨੇ, ਕਈ ਜਿਹੜੀ ਜਨਰੇਸ਼ਨ ਹੈ ਉਹ ਜ਼ਿਆਦਾਤਰ ਨਸ਼ਿਆਂ ਵੱਲ ਨੂੰ ਢਲਦੀ ਜਾ ਰਹੀ ਹੈ, ਬਹੁਤ ਸਾਰੀ ਜਨਰੇਸ਼ਨ ਬਾਰੇ ਅਸੀਂ ਦੇਖਦੇ ਹਾਂ ਵੀ ਉਹ ਸਹੀ ਮਾਰਗਦਰਸ਼ਨ ਉਹਨਾਂ ਦਾ ਹੋ ਨਹੀਂ ਪਾਉਂਦਾ, ਪਰਿਵਾਰ ਬਿਜ਼ੀ ਰਹਿੰਦੇ ਨੇ, ਬੱਚਿਆਂ ਨੂੰ ਉਹਨਾਂ ਸਮਾਂ ਨਹੀਂ ਦੇ ਪਾਉਂਦੇ, ਬੱਚੇ ਕਿਸੇ ਹੋਰ ਪਾਸੇ ਤੁਰ ਰਹੇ, ਖੇਡਾਂ ਵੱਲ ਨੂੰ ਘੱਟ ਆ ਰਹੇ ਨੇ, ਸ਼ਾਇਦ ਇਹੀ ਬਹੁਤ ਵੱਡਾ ਕਾਰਨ ਕਿਹਾ ਜਾ ਸਕਦਾ ਆਈਸ ਹਾਕੀ ਦੇ ਵਿੱਚ ਵੀ ਜਿਹੜੇ ਨੇ ਸਾਡੇ ਪੰਜਾਬੀ ਮੂਲ ਦੇ ਬੱਚੇ ਬਹੁਤ ਘੱਟ ਜਾ ਰਹੇ ਨੇ। ਇੱਕ ਮਦਰ ਹੋਣ ਦੇ ਨਾਤੇ ਸਾਰੇ ਬੱਚਿਆਂ ਵਾਸਤੇ ਕੀ ਕਹਿਣਾ ਚਾਹੋਗੇ ਤੇ ਅਰਸ਼ਦੀਪ ਲਈ ਕੀ ਮੈਸੇਜ? ਮੈਂ ਤੇ ਅਰਸ਼ਦੀਪ ਦੇ ਲਈ ਵੀ ਤੇ ਬਾਕੀ ਬੱਚਿਆਂ ਨੂੰ ਵੀ ਇਵੇਂ ਸੋਚਦੀ ਹਾਂ ਜਿਵੇਂ ਅਰਸ਼ਦੀਪ ਦੇ ਲਈ ਸੋਚਦੀ ਸੀ ਵੀ ਸਾਰੇ ਆਪਣੇ ਬੱਚੇ, ਸਾਰੇ ਆਪਣੇ ਕਮਿਊਨਿਟੀ ਦੇ ਬੱਚੇ ਸਪੋਰਟਸ ਖੇਡਣ, ਹੈਲਥੀ ਰਹਿਣ, ਹਾਰਡ ਵਰਕ ਕਰਨ ਅਤੇ ਆਪਣੀ ਕਮਿਊਨਿਟੀ ਦਾ ਨਾਮ ਸਾਰੇ ਰੋਸ਼ਨ ਕਰਨ, ਸਾਰੇ ਆਪਣੀ ਕਮਿਊਨਿਟੀ ਦੀ ਰਿਸਪੈਕਟ ਇੱਥੇ ਆਪਾਂ ਬਣਾ ਕੇ ਰੱਖੀਏ। ਹਾਂਜੀ, ਅਤੇ ਪੇਰੈਂਟਸ ਤਾਂ ਸਾਰੇ ਚਾਹੁੰਦੇ ਹੁੰਦੇ ਆ, ਸਾਰਿਆਂ ਦੀ ਇਹੀ ਇੱਛਾ ਹੁੰਦੀ ਵੀ ਸਾਡੇ ਬੱਚੇ ਵਧੀਆ ਗੁੱਡ ਬਣਨ, ਅਤੇ ਸਾਰੇ ਇਹੀ ਟਰਾਈ ਕਰਦੇ ਆ, ਪਰ ਬੱਚੇ ਵੀ ਕਰਨ, ਸਾਰੇ ਰਲ ਮਿਲ ਕੇ ਆਪਾਂ ਸਾਰੇ ਇੱਥੇ ਜੇ ਆਏ ਹੈਗੇ ਆ ਅਤੇ ਅਸੀਂ ਪੋਜ਼ੀਟਿਵ ਰਹੀਏ, ਸਾਰੇ ਹੈਪੀ ਰਹੀਏ ਅਤੇ ਸਾਡੇ ਬੱਚਿਆਂ ਦੇ ਉੱਤੇ ਬਾਕੀ ਕਮਿਊਨਿਟੀਆਂ ਵੀ ਪ੍ਰਾਊਡ ਕਰਨ। ਕੁਲਦੀਪ ਜੀ, ਬੇਸ਼ੱਕ ਹਜੇ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਏਗੀ, ਪਰ ਕੀ ਲੱਗਦਾ ਕਿ ਇੱਕ ਸਮਾਂ ਆਏਗਾ ਜਦੋਂ ਵੈਨਕੂਵਰ ਕੈਨਿਕਸ ਦੇ ਟੀਮ ਦੇ ਵਿੱਚ ਪੰਜਾਬੀਆਂ ਦੀ ਆਪਣੀ ਟੀਮ ਹੋਏਗੀ? That'd be very tough. It's a big. That'd be tough. I say, but I hope there's more and more Punjabi kids and the community get involved in the sports and get higher than and in higher in the sports and more achievements, and more kids bring in, that'd be great. ਸੋ ਹੁਣ ਜਦੋਂ ਅਰਸ਼ਦੀਪ ਨੇ ਵਾਪਸ ਆਉਣਾ ਮਿਲਣਾ ਹੁਣ ਜਦੋਂ ਤੁਹਾਨੂੰ, ਤੇ ਉਹਦੇ ਵਾਸਤੇ ਕੀ ਪਲੈਨਿੰਗ ਕੀਤੀ ਗਈ ਹੈ? ਲਾਈਕ ਭੰਗੜੇ ਪਾਉਣ ਦੀ ਤਿਆਰੀ? ਪੂਰੀ ਜੀ ਐਨ ਪੂਰੀ ਭੰਗੜੇ। ਪਹਿਲਾਂ ਤਾਂ ਅਸੀਂ ਵਾਹਿਗੁਰੂ ਦਾ ਸ਼ੁਕਰ ਕਰਾਂਗੇ, ਪਹਿਲਾਂ ਤਾਂ ਗੁਰਦੁਆਰਾ ਸਾਹਿਬ ਜਾ ਕੇ ਪਾਠ ਦਾ ਜ਼ਰੂਰ ਕਰਾਂਗੇ, ਦਿਨ ਬਾਅਦ 'ਚ ਫਿਰ ਖੁਸ਼ੀ ਵੀ ਜ਼ਰੂਰ ਮਨਾਵਾਂਗੇ ਜੀ, ਭੰਗੜੇ ਵੀ ਪਾਵਾਂਗੇ, ਕਿਵੇਂ ਤਾਂ ਆਪਣੀ ਪੰਜਾਬੀਅਤ ਦੀ ਪਹਿਲਾ ਜਿਹੜਾ ਜਿਹੀ ਟਿਊਲ ਭੰਗੜਾ ਹੈ ਜੀ, ਭੰਗੜਾ ਤਾਂ ਜ਼ਰੂਰ ਪਊਗਾ। ਇਹ ਜਦੋਂ 11 ਸਾਲਾਂ ਦਾ ਸੀ, ਵਰਲਡ ਵਿੰਟਰ ਕਲੱਬ 'ਚ ਉਸ ਟਾਈਮ 'ਤੇ ਖੇਡਦਾ ਸੀ, ਉਸ ਟਾਈਮ 'ਤੇ ਇਹ ਉੱਥੇ ਟੂਰਨਾਮੈਂਟ ਸੀ ਇਹਨਾਂ ਦਾ, ਦੇ ਕਾਲ ਇਟ ਇੰਟਰਨੈਸ਼ਨਲ ਟੂਰਨਾਮੈਂਟ ਦਾ ਵਰਲਡ ਵਾਈਡ ਐਂਡ PV ਟੂਰਨਾਮੈਂਟ ਦੇ ਉਸ ਟਾਈਮ 'ਤੇ ਇਹ ਟੂਰਨਾਮੈਂਟ ਜਿੱਤੇ ਸੀ, ਤਾਂ ਇਹਨੂੰ ਬੈਸਟ ਸਕੋਰ ਐਂਡ ਬੈਸਟ MVP ਆਫ ਦਾ ਟੂਰਨਾਮੈਂਟ ਅਵਾਰਡ ਮਿਲਿਆ ਸੀ। ਇਹ ਉਸ ਟਾਈਮ 'ਤੇ ਇਹਦੇ ਉਸ ਟਾਈਮ ਦੇ ਇਹ ਅਵਾਰਡ ਨੇ ਉਹਦੇ, ਐਂਡ ਕੁਛ ਟਰੋਫੀਸ ਉੱਧਰ ਹਨੀਆਂ ਜਿਹੜੀਆਂ ਉਸਨੇ ਜਿੱਤੀਆਂ ਸੀ। ਹਾਂਜੀ, ਉਹਨਾਂ ਨੇ ਜੋ ਉਸ ਟਾਈਮ 'ਤੇ ਜਿੱਤੀਆਂ ਸੀ, ਆਈ ਥਿੰਕ ਉਸੇ ਟਾਈਮ 'ਤੇ ਉੱਥੇ ਇਹ ਸਾਰੀਆਂ ਉੱਥੇ ਦੀਆਂ ਨਹੀਂ।
ਸੋ ਅਰਸ਼ਦੀਪ ਦੇ ਵਿੱਚ ਬਚਪਨ ਤੋਂ ਹੀ ਇੰਨੀ ਜ਼ਿਆਦਾ ਚਾਹ ਸੀਗੀ ਵੀ ਆਈਸ ਹਾਕੀ ਦੇ ਵਿੱਚ ਜਿਹੜਾ ਜਾਣਾ ਹੀ ਜਾਣਾ ਹੈ, ਔਰ ਆਈਸ ਹਾਕੀ ਕਰਨ ਦੀ ਇੱਕ ਡੈਡੀਕੇਸ਼ਨ ਹੈ ਨਾ। ਨੋਰਮਲੀ ਜਿਹੜੇ ਬੱਚੇ ਨੇ ਜਿਹੜੇ ਕਿ ਪੰਜਾਬੀ ਮੂਲ ਦੇ ਨੇ, ਅਸੀਂ ਦੇਖਿਆ ਵੀ ਉਹ ਕੈਨੇਡਾ ਦੇ ਵਿੱਚ ਆ ਕੇ ਬਹੁਤ ਘੱਟ ਜਿਹੜੇ ਨੇ ਖੇਡਾਂ ਵੱਲ ਨੂੰ ਜਾ ਪਾਉਂਦੇ ਨੇ। ਹਾਲਾਂਕਿ ਹੁਣ ਤਾਂ ਬੜੇ ਸਾਰੇ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਉਹ ਜਾਣ ਲੱਗ ਗਏ ਨੇ, ਉਹ ਖੇਡਾਂ ਵੱਲ ਜਿਹੜਾ ਅਟਰੈਕਟ ਹੋ ਰਹੇ ਨੇ। ਸੋ ਤੁਹਾਨੂੰ ਵੀ ਲੱਗਦਾ ਸੀ ਵੀ ਤੁਹਾਡਾ ਬੇਟਾ ਅਸੀਂ ਖੇਡ ਦੇ ਵਿੱਚ ਜਿਹੜਾ ਜਾਣਾ। ਔਰ ਇੱਕ ਚੀਜ਼ ਹੋਰ ਕੁਲਦੀਪ ਜੀ, ਜ਼ਿਆਦਾਤਰ ਬੱਚਿਆਂ ਤੇ ਕਹਿੰਦੇ ਨੇ ਪੈਰੈਂਟਸ ਇਹ ਚੀਜ਼ ਚੂਜ਼ ਕਰਦੇ ਨੇ ਵੀ ਬੱਚੇ ਨੇ ਕੀ ਕਰਨਾ ਹੈ ਤੇ ਕਿਹੜੀ ਖੇਡ ਉਹਨੇ ਖੇਡਣੀ ਹੈ। ਸੋ ਇਹ ਤੁਸੀਂ ਚੂਜ਼ ਕੀਤਾ ਸੀ ਜਾਂ ਫਿਰ ਅਰਸ਼ਦੀਪ ਨੇ? Actually, because his older brothers were playing, we usually play ਕਰ ਰਹੇ ਸੀ in front of him. They were 4 to 8 years in front of him. ਉਹਦੇ ਮੋਰੇ ਸੀ ਪਹਿਲਾਂ ਖੇਡ ਰਹੇ ਸੀ, ਇਸ ਕਰਕੇ ਆਟੋਮੈਟਿਕਲੀ ਉਹਦੇ ਮਨ ਦੇ ਵਿੱਚ ਹਾਕੀ ਦੇ ਨਾਲ ਪਿਆਰ ਹੋ ਚੁੱਕਾ ਸੀ, ਕਿਉਂਕਿ ਜਦੋਂ ਵੀ ਮੈਂ ਵੱਡਿਆਂ ਨੂੰ ਲੈ ਕੇ ਜਾਂਦਾ ਸੀ ਇਹ ਨਾਲ ਜਾਂਦਾ ਹੁੰਦਾ ਸੀ। ਨਾਲ ਹੀ ਛੋਟਾ ਸੀ, ਮੇਬੀ 2 years old, barely walking, then he would go ਨਾਲ ਮੇਰੇ ਨਾਲ ਜਾ ਕੇ ਆਈਸ ਰਿੰਕ ਤੇ, ਕਿਉਂ ਉਹਦੀ ਮੈਮਰੀ ਦੇ ਵਿੱਚ ਆਲਰੇਡੀ ਉਹ ਆ ਚੁੱਕਾ ਸੀ ਕਿ ਦਿਸ ਇਜ਼ ਪਾਰਟ ਆਫ ਆਵਰ ਲਾਈਫ। ਜਾਣੀ ਇਸੇ ਤਰ੍ਹਾਂ ਜਿੱਦਾਂ ਵੈਨ ਹੀ ਗਰੋਜ਼ ਅਪ, ਲਾਈਕ ਜਦੋਂ ਥੋੜ੍ਹਾ ਜਿਹਾ ਸਕੇਟ ਕਰਨ ਲੱਗਾ, ਜਦੋਂ ਪਹਿਲੇ ਦਿਨ ਮੈਂ ਉਹਨੂੰ ਸਕੇਟਿੰਗ ਲਈ ਲੈ ਕੇ ਗਿਆ ਤਾਂ ਆਈਸ 'ਤੇ ਆਈ ਰਿਮੈਂਬਰ ਜਿਹੜੀ ਉਹਦੀ ਟੀਚਰ ਸੀ, ਜਦੋਂ ਆਈਸ 'ਤੇ ਛੱਡਿਆ ਸੀ, ਉਹਨੇ ਮੈਨੂੰ ਇਹ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਇਹਨੂੰ ਸਕੇਟ ਕਰਦੇ ਨੂੰ। ਪਹਿਲਾ ਦਿਨ ਸੀ ਐਕਚੁਅਲੀ ਉਹ। ਜਦੋਂ ਉਹਨੇ ਦੇਖਿਆ, ਸ਼ੀ ਵਾਜ਼ ਵੈਰੀ ਸਰਪ੍ਰਾਈਜ਼ਡ ਟੂ ਸੀ ਕਿ ਵੀ ਇੰਨਾ ਵਧੀਆ ਜਾਣੀ ਹੀ ਜਸਟ ਵੈਂਟ ਔਨ ਆਈਸ। ਜਦੋਂ ਪਹਿਲਾਂ ਸਕੇਟ ਕਰਦਾ ਹੁੰਦਾ ਇੱਦਾਂ ਪਹਿਲੇ ਦਿਨ ਹੀ ਪਿਆ ਕਰਨ ਤਾਂ। So she knew, like, she had, like, seen that ਇਹਦੇ ਵਿੱਚ ਕੁਝ ਹੈਗਾ special, that natural talent that he had for skating. So from there, like, he always loved playing or going on the ice. He ਕਦੀ ਥੱਕਦਾ ਸੀ ਆਈਸ ਦੇ ਉੱਤੇ ਚਲੇ ਗਏ, every day, like, he wanted to go on ice every day. That's part of his life. It became right from there, one day one. ਜੀ। ਸੋ ਕੁਲਦੀਪ ਹੈਂਸ ਜੀ, ਇੱਕ ਤਾਂ ਹੁੰਦੀ ਹੈ ਹੁਣ ਅੱਗੇ ਦੇ ਜਿਹੜੇ ਕੀ ਕੁਛ ਕਰਨਾ ਹੈ, ਕੀ ਅੱਗੇ ਅਰਸ਼ਦੀਪ ਨੇ ਕੀ ਸੋਚਿਆ ਹੋਇਆ ਕਿ NHL ਵਾਸਤੇ ਹੀ ਹੈ ਨਾ, ਅਲੱਗ-ਅਲੱਗ ਕਿਸੇ ਟੀਮ ਦੇ ਵਿੱਚ ਕੋਈ ਖੇਡਣ ਦਾ, ਜਾਂ ਫਿਰ ਉਹਦੇ ਦਿਮਾਗ ਦੇ ਵਿੱਚ ਕੀ ਹੈ, ਕਿਹੜੀ ਟੀਮ ਯਾਨੀ ਕਿ ਉਹਦੀ ਫੇਵਰਟ ਰਹੀ ਹੈ ਹਮੇਸ਼ਾ ਤੋਂ, ਜਿਹਦੇ 'ਚ ਉਹਨੂੰ ਲੱਗਦਾ ਵੀ ਮੈਂ ਅੱਗੇ ਇਹ ਗੋਲ ਸੈੱਟ ਕੀਤੇ ਆ, ਇੱਧਰ ਨੂੰ ਜਾ ਸਕਦਾ? Well, always, when you're growing up, your home team is always ਤੁਹਾਡਾ ਇਹੀ ਗੋਲ ਹੁੰਦਾ ਕਿ ਮੈਂ ਆਪਣੀ ਹਰ ਇੱਕ ਕਿਡ ਦਾ, ਹਰ ਇੱਕ ਬੱਚੇ ਦਾ ਇਹੀ, ਸਾਡਾ ਵੀ ਇਹੀ ਸੀ ਜਦੋਂ ਆਏ ਕਿ ਇੱਕ ਦਿਨ ਕਨੈਕਸ ਦੇ ਲਈ ਜਦੋਂ, ਪਰ ਆਪਾਂ ਤਾਂ ਇਸ ਚੀਜ਼ ਤੋਂ ਬਿਯੋਂਡ ਸੀ, ਕਿਉਂ ਸਾਡੇ ਸਕੇਟਿੰਗ ਨਹੀਂ ਸੀ, ਪਰ ਉਹਦਾ ਇਹੀ ਡ੍ਰੀਮ ਸੀ ਕਿ ਆਈ ਕੈਨ ਪਲੇ ਫॉर ਮਾਈ ਹੋਮ ਟੀਮ। ਐਂਡ this is a big dream, like, not, we can all dream, but it's just playing for NHL is a dream, but when you're playing for your home team, that's just a very impossible, ਕਿਉਂਕਿ ਕਦੀ ਚਾਂਸ ਬਣਦਾ ਹੀ ਨਹੀਂ, ਕੋਈ ਲੱਕੀ ਕਿਸੇ ਲੱਕੀ ਬੰਦਾ ਹੀ ਚਾਂਸ ਬਣਦਾ ਕਿ ਹੀ ਇਜ਼ ਵੈਰੀ, ਲਾਈਕ, ਹੀ ਇਜ਼ ਰਾਈਟ। so glad, ਕੁਲਦੀਪ ਜੀ, ਫੀਲਡ ਹਾਕੀ ਦੇ ਵਿੱਚ ਵਧੀਆ ਨਾਮ ਹੈ, ਬਹੁਤ ਸਾਰਾ ਅਸੀਂ ਦੇਖਦੇ ਹਾਂ ਵੀ ਫੀਲਡ ਹਾਕੀ ਦੇ ਵਿੱਚ ਜ਼ਿਆਦਾ ਸਾਡੇ ਪੰਜਾਬੀਆਂ ਨੇ ਨਾਮ ਆਪਣਾ ਕਮਾਇਆ ਹੈ, ਪਰ ਉਹਦੇ ਵਿੱਚ ਪੈਸਾ ਨਹੀਂ ਹੈ। ਜਦੋਂ NHL ਦੀ ਗੱਲ ਆ ਜਾਂਦੀ ਤੇ ਪ੍ਰੋਫੈਸ਼ਨਲੀ ਤੇ ਫਾਈਨੈਂਸ਼ਲੀ ਬਹੁਤ ਸਪੋਰਟ ਮਿਲਦੀ ਹੈਗੀ ਹੈ। ਜਿਵੇਂ ਜਿਵੇਂ ਤੁਸੀਂ ਗੇਮ ਦੇ ਵਿੱਚ ਗਰੋ ਕਰਦੇ ਹੋ, ਉਵੇਂ ਉਵੇਂ ਜਿਹੜਾ ਫਾਈਨੈਂਸ਼ਲੀ ਵੀ ਤੁਹਾਡੀ ਕਾਫੀ ਜਿਹੜੀ ਹੈ ਵਾਧਾ ਹੁੰਦਾ। ਬੱਚੇ ਨੂੰ ਫਿਰ ਵੀ ਇੰਨੀਆਂ ਚੀਜ਼ਾਂ, ਇੱਕ ਇਨਕਰੇਜ ਹੁੰਦਾ ਹੈ ਨਾ, ਉਹਦੇ ਖਰਚੇ ਸਭ ਚੀਜ਼ਾਂ ਹੁੰਦੀਆਂ ਨੇ। ਸੋ ਵਧੀਆ ਲੱਗਦਾ ਕਿ ਪ੍ਰੋਫੈਸ਼ਨਲੀ ਪਰਸਨਲੀ ਦੋਨੋਂ ਗਰੋਥ ਹੋ ਰਹੀ ਹੈ। ਹਾਂਜੀ ਹਾਂ, ਉਹ ਤਾਂ ਹੈ, ਉਹ ਤਾਂ ਹੈ ਜੀ, ਹਾਂ, ਬਿਲਕੁਲ ਸੱਚ ਹੈ, ਕਿਉਂਕਿ these clubs, ਉਹਨਾਂ ਦੀ ਜਿਹੜੀ ਪੇਰੋਲ ਹੈ, ਇਟਸ ਅਨਇਮੈਜਿਨੇਬਲ, ਲਾਈਕ ਬਹੁਤ ਜ਼ਿਆਦਾ ਅੱਛਾ ਸਪੋਰਟ। ਪਰ ਇਸੇ ਸੇਮ ਪੱਖ ਲਈ ਜੇ ਤੁਸੀਂ ਦੂਜੇ ਸਪੋਰਟਸ ਦੇਖੋ, ਸਮਟਾਈਮ ਇਟ ਇਜ਼ not enough to have them ਜੋਬ ਛੱਡ ਕੇ ਕਿ ਉਹ ਉਹਨੂੰ ਖੇਲਣ ਆਪਣਾ, ਰਾਈਟ, ਉਹ ਉਹਨਾਂ ਲਈ ਥੋੜ੍ਹਾ ਟਫ ਹੈ। ਇਹਦੇ 'ਚ ਤਾਂ ਬਹੁਤ ਜਾਣੀ ਇਟਸ ਮੋਰ ਦੈਨ ਵੀ ਕੈਨ ਇਮੈਜਿਨ। But Arsh never look into money. ਕਹਿੰਦਾ money ਉਹਨੂੰ money ਨਾਲ ਨੂੰ ਇੱਦਾਂ ਪਿਆਰ ਹੀ ਨਹੀਂ ਹੈਗਾ, but he wants to do good for the love of sports, and ਉਹ ਜਾਣੀ ਇਹਨੂੰ ਜਾਣੀ ਸਪੋਰਟਸ ਨੂੰ ਪੈਸ਼ਨਲੀ ਖੇਲਦਾ, not for the money, because he has a love to it, like, because he loves so much for the ice hockey, and he says he wants to be a role model for the community. He's saying over and over that I really want to be a good part of our community, to send a message so kids can go into sports. ਜਿੱਥੇ ਫਿਲਹਾਲ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਦੱਸ ਦਈਏ ਕਿ ਹਰ ਸਾਲ BC PNP ਦੇ ਲਈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਯੋਗ ਹੁੰਦੇ ਨੇ ਤੇ BC ਦੇ ਵਿੱਚ ਉਹਨਾਂ ਨੂੰ ਸੱਦਿਆ ਜਾਂਦਾ ਹੈ। ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਜ਼ ਆਉਂਦੀਆਂ ਨੇ। ਇਸ ਸਾਲ 2022 ਦੇ ਲਈ ਵੀ ਟੀਚਾ ਮਿਥਿਆ ਗਿਆ ਹੈ
ਹੈਲਥ ਕੇਅਰ ਵਰਕਰ ਤੇ ECEs ਜਿਹੜੇ ਹੈਗੇ ਨੇ ਵਰਕਰ, ਉਹਨਾਂ ਨੂੰ ਪਹਿਲੀ ਤਰਜੀਹ ਦੇ ਉੱਤੇ ਰੱਖਿਆ ਗਿਆ। ਸਭ ਤੋਂ ਪਹਿਲਾਂ ਜਿਹੜੇ ਹੈ ਉਹਨਾਂ ਵਾਸਤੇ PNP ਪ੍ਰੋਗਰਾਮ ਦੇ ਅੰਡਰ ਉਹਨਾਂ ਨੂੰ ਲਿਆਂਦਾ ਜਾਏਗਾ। ਜਿਹੜੇ ਯੋਗ ਹੋਣਗੇ ਉਹ ਆਪਣੀਆਂ ਫਾਈਲਾਂ ਭਰਨੀਆਂ ਸ਼ੁਰੂ ਕਰਨ, ਦੇਖਣ ਕਿ ਉਹ ਯੋਗ ਹੈ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਹੈਲਥ ਵਰਕਰ ਦੇ ਵਿੱਚ ਬਹੁਤ ਸਾਰੇ ਕੰਮ ਇੱਥੇ BC ਦੇ ਵਿੱਚ ਲਿਆਂਦੇ ਜਾਣੇ ਨੇ। 3 ਮਹੀਨੇ ਦੇ ਪ੍ਰੋਸੈਸ ਦੇ ਵਿੱਚ PR ਜਿਹੜੀ ਹੈ ਉਹ ਲਗਾਈ ਜਾਏਗੀ। ਉਹਨਾਂ ਦਾ ਪ੍ਰੋਸੈਸ ਜਿਹੜਾ PR ਦਾ ਹੋ ਜਾਏਗਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਨੇ ਉਹਨਾਂ ਵਾਸਤੇ 2022 ਦੇ ਵਿੱਚ ਹੈਗੀਆਂ ਨੇ। ਇਸ ਸੰਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ MLA ਜਿਨੀ ਸਿਮਸ ਨੇ। BC ਪ੍ਰੋਵਿੰਸ਼ੀਅਲ ਪ੍ਰੋਗਰਾਮ ਯਾਨੀ PNP ਦੇ ਅੰਡਰ ਇਸ ਵੇਲੇ ਹੈਲਥ ਕੇਅਰ ਵਰਕਰਾਂ ਦੇ ਲਈ ਕਾਫੀ ਸਾਰੇ ਵਿਕਲਪ ਖੁੱਲੇ ਨੇ, ਯਾਨੀ ਕਿ ਹੈਲਥ ਕੇਅਰ ਵਰਕਰ ਤੇ ਜਿਹੜੇ ECEs ਯਾਨੀ अर्ਲੀ ਚਾਈਲਡਹੁੱਡ ਐਜੂਕੇਟਰਸ ਨੇ, ਉਹਨਾਂ ਵਾਸਤੇ ਚੰਗੇ ਵਿਕਲਪ ਖੁੱਲੇ ਨੇ। ਯਾਨੀ ਕਿ PNP ਜ਼ਰੀਏ ਤੁਸੀਂ ਸਾਰੇ ਜਿਹੜਾ ਅਪਲਾਈ ਕਰ ਸਕਦੇ ਹੋ ਕੈਨੇਡਾ ਵਾਸਤੇ। ਔਰ ਇਸ ਪ੍ਰੋਗਰਾਮ ਦੇ ਵਿੱਚ ਬਦਲਾਅ ਕੀਤੇ ਗਏ ਨੇ। ਕਿਹੜੇ ਬਦਲਾਅ ਨੇ, ਕਿਵੇਂ ਤੁਸੀਂ ਇਸ ਲਈ ਯੋਗ ਆਪਣੇ ਆਪ ਨੂੰ ਜਿਹੜਾ ਉਹ ਮਹਿਸੂਸ ਕਰ ਸਕਦੇ ਹੋ, ਇਸ ਸੰਬੰਧੀ ਗੱਲਬਾਤ ਕਰਦੇ ਹਾਂ। MLA ਜਿਨੀ ਸਿਮਸ ਜੀ ਸਾਡੇ ਨਾਲ ਜੁੜੇ ਹੋਏ ਨੇ। ਜਿਨੀ ਜੀ, ਹੈਲਥ ਕੇਅਰ ਵਰਕਰ ਤੇ ਜਿਹੜੇ ਚਾਈਲਡ ਕੇਅਰ ਵਰਕਰ ਨੇ, ਉਹਨਾਂ ਵਾਸਤੇ ਇਹ ਵਧੀਆ ਓਪਰਚੁਨਿਟੀ ਹੈਗੀ ਹੈ। ਕਿਸ ਤਰ੍ਹਾਂ ਦੇ ਵਿੱਚ ਜਿਹੜੇ ਚੇਂਜਸ ਕੀਤੇ ਗਏ ਨੇ ਤੇ ਕਿੰਨੇ ਲੋਕ ਜਿਹੜੇ ਨੇ ਇਸ ਵੇਲੇ ਇਸ ਪ੍ਰੋਗਰਾਮ ਦੇ ਅੰਡਰ ਆਉਣਗੇ? ਸਭ ਤੋਂ ਪਹਿਲਾਂ ਤਾਂ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮਸ ਹੈਗੇ ਆ ਉਹ ਫੈਡਰਲ ਆ, ਸਿਰਫ PNP ਹੈਗਾ ਆ ਜਿਹੜਾ ਹੈਗਾ ਆ ਪ੍ਰੋਵਿੰਸ਼ੀਅਲ। ਇਹਦੇ ਵਿੱਚ 2 ਚੇਂਜਸ ਕੀਤੀਆਂ ਗਈਆਂ। ਇੱਕ ਤਾਂ ਜਿਹੜੇ ਹੈਲਥ ਕੇਅਰ ਦੇ ਵਿੱਚ ਇਸ ਵਕਤ ਹੈਲਥ ਕੇਅਰ ਅਥਾਰਟੀਜ਼ ਦੇ ਨਾਲ, ਬੇਸ਼ੱਕ ਦੀ ਨੌਰਥ ਵਿੱਚ ਹੋਵੇ, ਬੇਸ਼ੱਕ ਦੀ ਆਈਲੈਂਡ ਵਿੱਚ ਹੋਵੇ, ਬੇਸ਼ੱਕ ਦੀ ਸਾਡੇ ਇੱਥੇ ਸਰੀ ਦੇ ਵਿੱਚ ਹੋਵੇ, ਜਿਹੜੇ ਹੈਲਥ ਕੇਅਰ ਵਰਕਰਸ ਕੰਮ ਕਰ ਰਹੇ ਆ ਹੈਲਥ ਕੇਅਰ ਅਥਾਰਟੀਜ਼ ਦੇ ਨਾਲ ਵਿਦ ਅ ਵਰਕ ਪਰਮਿਟ, ਉਹਨਾਂ ਦੇ ਲਈ ਇੱਕ ਪ੍ਰਾਇਓਰਟਾਈਜ਼ ਬਣਾਈ ਗਈ ਆ, ਪ੍ਰਾਇਓਰਿਟੀ ਕੈਟਾਗਰੀ PNP ਦੀ, ਜਿਹਦੇ ਲਈ ਉਹਨਾਂ ਨੂੰ ਰਜਿਸਟਰ ਨਹੀਂ ਕਰਨਾ ਪੈਣਾ, ਡਾਇਰੈਕਟਲੀ ਅਪਲਾਈ ਕਰ ਸਕਦੇ ਆ। ਉਹ they can get PNP, ਉਹਨਾਂ ਨੂੰ ਟੌਪ ਪ੍ਰਾਇਓਰਿਟੀ ਦਿੱਤੀ ਜਾਣੀ ਆ। ਹਰੇਕ ਕਾਮੇ ਲਈ ਜਿਹੜਾ ਮਰਜ਼ੀ ਕੰਮ ਕਰਦੇ ਆ ਤੁਸੀਂ ਹੈਲਥ ਕੇਅਰ ਦੇ ਵਿੱਚ, ਇਹ ਓਪਰਚੁਨਿਟੀ ਉਹਨਾਂ ਲਈ ਹੈਗੀ ਆ। ਦੂਸਰੀ ਓਪਰਚੁਨਿਟੀ ਬਣਾਈ ਗਈ ਆ ਜਿਹੜੇ ਹੈਗੇ अर्ਲੀ ਚਾਈਲਡ ਕੇਅਰ ਐਜੂਕੇਟਰਸ। ਸਾਰਿਆਂ ਨੂੰ ਪਤਾ ਆ ਸਾਡੀ ਸਰਕਾਰ ਨੇ ਬਹੁਤ ਸਾਰੇ ਨਵੇਂ ਡੇ ਕੇਅਰ ਵੀ ਖੋਲ੍ਹੇ ਆ ਤੇ ਨਾਲੋਂ ਨਾਲ ਉਹਨਾਂ ਦੀ ਸਬਸਿਡਾਈਜ਼ ਵੀ ਕਰ ਰਹੇ ਆ। ਇਸ ਕਰਕੇ ਸਾਨੂੰ ਉਹ ਕਾਮਿਆਂ ਦੀ ਵੀ ਲੋੜ ਆ। ਜੇ ਤੁਸੀਂ अर्ਲੀ ਚਾਈਲਡ ਕੇਅਰ ਐਜੂਕੇਟਰਸ ਹੈਗੇ ਆ, ਤੁਸੀਂ ਅਪਲਾਈ ਕਰ ਸਕਦੇ ਆ ਫॉर PNP। ਇਹ ਸਿਸਟਮ ਐਕਸਪੈਡਾਈਟ ਕੀਤੀ ਜਾਊਗੀ ਤੇ ਨਾਲੇ ਸਿੰਪਲੀਫਾਈਡ ਕੀਤੀ ਗਈ ਹੈ। ਹੈਲਥ ਕੇਅਰ ਵਰਕਰਸ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ? ਉਹਨਾਂ ਨੂੰ ਕਿਵੇਂ ਲੱਗੇਗਾ ਕਿ ਉਹ ਐਲੀਜੀਬਲ ਹੈਗੇ ਨੇ? ਸਪੈਸ਼ਲੀ ਕੈਟਾਗਰੀਜ਼ ਜਿਹੜੀਆਂ ਨੇ ਉਹ ਕਿੰਨੀਆਂ ਇਸ ਦੇ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ? 35 ਕੈਟਾਗਰੀਜ਼ ਹੈਗੀਆਂ ਆ। ਜੇ ਤੁਸੀਂ ਇਸ ਵਕਤ ਹੈਲਥ ਕੇਅਰ ਅਥਾਰਟੀਜ਼ ਦੇ ਵਿੱਚ ਕੰਮ ਕਰ ਰਹੇ ਆ, ਬੇਸ਼ੱਕ ਦੀ ਤੁਸੀਂ ਕੰਮ ਕਰ ਰਹੇ ਆ ਐਜ਼ ਅ ਨਰਸ ਜਾਂ ਐਜ਼ ਅ ਲੌਂਗ ਟਰਮ ਕੇਅਰ ਅਟੈਂਡੈਂਟ, ਜਿਹੜਾ ਮਰਜ਼ੀ ਕੰਮ ਤੁਸੀਂ ਹੈਲਥ ਸਿਸਟਮ ਦੇ ਵਿੱਚ ਕਰ ਰਹੇ ਆ, ਤੁਸੀਂ ਐਲੀਜੀਬਲ ਹੈਗੇ ਆ। ਸੋ ਸੇਮ ਐਜ਼ ਕਿ ਚਾਈਲਡ ਕੇਅਰ ਦੇ ਵਿੱਚ ਜਿਹੜੇ ਲਿਆਣੇ ਹੈਗੇ ਨੇ, ਉਹਨਾਂ ਵਾਸਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ, ਕੀ ਉਹਨਾਂ ਵਾਸਤੇ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ? ਤੇ ਕੀ ਕੈਨੇਡਾ ਦੇ ਵਿੱਚ ਵੀ ਜਦੋਂ ਆਉਣਗੇ ਇੱਥੋਂ ਦਾ ਵੀ ਐਕਸਪੀਰੀਅੰਸ ਲੋਕਲ ਵੀ ਉਹਨਾਂ ਨੂੰ ਚਾਹੀਦਾ ਹੈਗਾ? ਜੇ ਚਾਹੀਦਾ ਤਾਂ ਕਿੰਨਾ? ਟ੍ਰੇਨਿੰਗ ਦੀ ਸਖਤ ਜ਼ਰੂਰਤ ਹੈਗੀ ਆ। ਲੈਂਗੁਏਜ ਰਿਕੁਆਇਰਮੈਂਟਸ ਵੀ ਸੇਮ ਹੀ ਰਹਿਣਗੀਆਂ। ਤੇ ਐਂਡ ਫॉर ਟ੍ਰੇਨਿੰਗ अर्ਲੀ ਚਾਈਲਡ care educators have 2 years of training and certification, so ਉਹਦੀ ਤਾਂ ਰਿਕੁਆਇਰਮੈਂਟ ਰਹਿਣੀ ਹੈਗੀ ਆ। ਉਹ ਦੇਖੋ, ਇਹ ਇੱਕ ਪਾਥਵੇ ਨਿਊ ਇਮੀਗ੍ਰੈਂਟਸ ਲਈ ਵੀ ਬਣ ਗਈ ਆ। ਜਿਹੜੇ ਬਾਹਰਲੇ ਮੁਲਕਾਂ 'ਚ ਵੀ ਇਸ ਵਕਤ ਬੈਠੇ ਆ, ਉਹ ਵੀ ਹੁਣ ਓਪਰਚੁਨਿਟੀ ਹੈਗੀ ਆ ਕਰਕੇ ਉੱਥੇ ਵੀ ਇਹ 2 ਕੈਟਾਗਰੀਜ਼ ਪ੍ਰਾਇਓਰਟਾਈਜ਼ ਕੀਤੀਆਂ ਗਈਆਂ ਆ। ਸੋ ਉਹ ਲੋਕ ਵੀ ਖਿਆਲ ਰੱਖ ਸਕਦੇ ਆ। ਬਟ ਸਭ ਤੋਂ ਜ਼ਿਆਦਾ ਇਹਦਾ ਜਿਹੜੀ ਸ਼ੈ ਮਿਲਣੀ ਆ ਇਸ ਵਕਤ, ਉਹ ਵਰਕਰਸ ਜਿਹੜੇ ਇਸ ਵਕਤ ਕੰਮ ਕਰ ਰਹੇ ਆ ਪਰ ਉਹਨਾਂ ਨੂੰ ਪਤਾ ਨਹੀਂ ਵੀ PNP ਦੀ ਉਹਨਾਂ ਨੂੰ ਕਿੰਨੇ ਸਾਲ ਲੱਗਣਗੇ, ਤੇ ਕਈ ਕੰਟਰੈਕਟ 'ਤੇ ਕੰਮ ਕਰ ਰਹੇ ਆ, ਕਈ ਕਿਸੇ ਤਰੀਕੇ ਦੇ ਨਾਲ। ਇਹ ਮੌਕਾ ਹੈਗਾ ਆ ਉਹਨਾਂ ਲਈ ਇਸ ਵਕਤ ਵੀ ਉਹ ਅਪਲਾਈ ਕਰ ਸਕਦੇ ਆ ਫॉर ਦਿਸ ਨਿਊ ਸਟਰੀਮ। ਸੋ ਸਭ ਤੋਂ ਵੱਡੀ ਗੱਲ ਹੈ, ਜਿਵੇਂ ਤੁਸੀਂ ਦੱਸਿਆ ਵੀ ਸਮਾਂ ਜਿਹੜਾ ਉਹ ਲੋਕਾਂ ਨੂੰ ਬੜਾ ਹੁੰਦਾ ਵੀ ਕਿੰਨਾ ਸਾਨੂੰ ਟਾਈਮ ਲੱਗ ਜਾਣਾ। ਸੋ ਜਿਨੀ ਜੀ, ਇਹ ਖਿਆਲ ਰੱਖਿਆ ਜਾਏਗਾ ਵੀ PNP ਕੋਈ ਹੈਗੀ ਹੈ, ਇਹਦੇ ਵਿੱਚ ਸਮਾਂ ਮਿੱਥਿਆ ਗਿਆ ਵੀ ਇੰਨੇ ਤੋਂ ਇੰਨਾ ਜਿਹੜੇ ਵੀ ਅਪਲਾਈ ਕਰਨਗੇ ਉਹਨਾਂ ਦੀ ਜਿਹੜੀ ਹੈ ਆ ਸਕਦੀ ਹੈਗੀ ਹੈ PR? ਡਿਪਾਰਟਮੈਂਟ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਅਪ ਟੂ 3 months ਲੱਗਦੇ ਨੇ ਫॉर ਪ੍ਰੋਸੈਸਿੰਗ। ਪਰ ਇਸ ਵਕਤ ਫੈਡਰਲ ਸਰਕਾਰ ਨੇ ਹਾਲੇ ਨੰਬਰ ਨਹੀਂ ਦੱਸੇ, ਬਟ ਪੀਪਲ ਕੈਨ ਸਟਾਰਟ ਅਪਲਾਈਂਗ। ਤੇ ਪਿਛਲੇ ਸਾਲ ਦੇ ਵਿੱਚ ਬਹੁਤ ਕਮ ਨੰਬਰ ਸੀਗੇ ਜਿਹੜੇ ਇਹ 2 ਕੈਟਾਗਰੀਜ਼ ਵਿੱਚੋਂ ਆਏ ਸੀਗੇ, ਹੈਲਥ ਅਥਾਰਟੀਜ਼ ਵੱਲੋਂ ਤੇ ਨਾਲੇ अर्ਲੀ ਚਾਈਲਡ ਕੇਅਰ ਐਜੂਕੇਟਰਸ ਵੱਲੋਂ, between 600 to 700. This year we are hoping the numbers will be much higher.
ਜਿਹਨੇ ਜੀ ਇੱਕ ਹੈਲਥ ਕੇਅਰ ਵਰਕਰਸ ਤੇ ਜਿਹੜੇ ਚਾਈਲਡ ਕੇਅਰ ਵਰਕਰ ਉਹ ਨੇ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਹੋਏ ਨੇ BC ਦੇ ਵਿੱਚ, ਇਹ ਕੌਣ ਨੇ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਆਣਾ? ਕੀ ਇਹ ਪ੍ਰੋਗਰਾਮ ਦੋਨਾਂ ਵਾਸਤੇ ਸਹੀ ਸਾਬਿਤ ਹੋਏਗਾ, ਦੋਨਾਂ ਵਾਸਤੇ ਚੰਗੇ ਵਿਕਲਪ ਲਿਆ ਰਿਹਾ? ਇਹ ਉਹਨਾਂ ਦੇ ਲਈ ਵੀ ਇੱਕ ਪਾਥਵੇ ਬਣ ਗਈ ਆ ਤੇ ਇਹਦੇ ਡਿਟੇਲਸ ਗਾ ਆਪਾਂ ਦੱਸਾਂਗੇ। ਜਿਹਨੇ ਜੀ 2020 ਦੇ ਅੰਕੜੇ ਅਸੀਂ ਦੇਖੇ, 2021 ਦੇ ਵੀ ਦੇਖੇ ਤੇ ਹੁਣ 2022 ਜੇ ਆ ਗਿਆ। 2022 ਦੇ ਵਿੱਚ ਕਿੰਨੇ ਕੈਟਾਗਰੀ ਦੇ ਕਿੰਨੇ ਵਰਕਰ ਹੈਗੇ ਨੇ ਜਿਹੜੇ ਉਹ ਲਿਆਉਣ ਦੀ ਹੈ ਲਿਸਟ ਤਿਆਰ ਕੀਤੀ ਗਈ ਹੈ? 2021 ਦੇ ਵਿੱਚ 6700 ਸੀ। ਹਾਲੇ ਫੈਡਰਲ ਸਰਕਾਰ ਨੇ ਸਾਨੂੰ 2022 ਦੇ ਨੰਬਰ ਦਿੱਤੇ ਨਹੀਂ ਗਏ ਹੈਗੇ, ਬਟ ਵੇ ਹੋਪਿੰਗ ਇਟਸ ਹਾਇਰ ਕਰਕੇ ਲੋਡ ਵੀ ਹਾਇਰ ਆ। ਪਰ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ, ਥਾਂ ਤੋਂ ਜਸ਼ਨ ਮਨਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਐਡਮਿੰਟਨ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਜਸ਼ਨਾਂ ਦਾ ਜਿਹੜਾ ਸਿਲਸਿਲਾ ਹੈ ਉਹ ਰੁਕ ਨਹੀਂ ਰਿਹਾ। ਆਓ ਚੱਲਦੇ ਹਾਂ ਐਡਮਿੰਟਨ ਤੇ ਦੇਖਦੇ ਹਾਂ ਕਿ ਇਸ ਵੇਲੇ ਕਿਵੇਂ ਉੱਥੇ ਮਨਾਏ ਜਾ ਰਹੇ ਨੇ ਜਸ਼ਨ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਉਂ ਹੀ ਪੰਜਾਬ ਤੋਂ ਇਲੈਕਸ਼ਨਾਂ ਦੇ ਰਿਜ਼ਲਟ ਆਏ ਨੇ ਤੇ ਜਿਹੜੇ ਪ੍ਰਦੇਸ਼ਾਂ ਵਿੱਚ NRI ਬੈਠੇ ਆ ਬੜੇ ਖੁਸ਼ ਹੋਏ ਆ ਉਸ ਗੱਲ ਤੋਂ ਕਿ ਰਿਜ਼ਲਟ ਜਿਹੜੇ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡੇ ਨੰਬਰ ਦੇ ਨਾਲ ਜੇਤੂ ਰਹੀ ਆ। ਹਾਲਾਂਕਿ ਐਤਕੀ NRI ਵਾਲੇ ਇੱਥੋਂ ਪੰਜਾਬ ਨਹੀਂ ਜਾ ਸਕੇ ਜਿਵੇਂ ਪਹਿਲੀ ਵਾਰੀ ਹੋਇਆ ਸੀਗਾ, ਪਰ ਐਤਕੀ ਇੰਨਾ ਹੋਇਆ ਵੀ ਵਲੰਟੀਅਰ ਜਿਹੜੇ ਇੱਥੇ ਸੀ ਉਹ ਪਹਿਲਾਂ ਵੀ ਇਕੱਠੇ ਹੋਏ ਤੇ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਵੀ ਭਾਈ ਤੁਸੀਂ ਆਪਣੇ ਪਿੰਡਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਫੋਨ ਕਰੋ ਔਰ ਫੋਨ ਕਰਕੇ ਉਹਨਾਂ ਨੂੰ ਕਹੋ ਵੀ ਫਲਾਨੀ ਪਾਰਟੀ ਨੂੰ ਜਿਹੜੀਆਂ ਵੋਟਾਂ ਪਾਈਆਂ ਜਾਣ। ਸੋ ਉਹਨਾਂ ਗੱਲਾਂ ਨੂੰ ਦੇਖਦਿਆਂ ਹੋਇਆਂ ਜੀ ਮੈਨੂੰ ਲੱਗਦਾ ਵੀ ਲੋਕਾਂ ਨੇ ਉਹਨਾਂ ਦੀ ਸ਼ਾਇਦ ਗੱਲ ਸੁਣ ਲਈ ਹੋਵੇ ਜਿਹੜੀਆਂ ਵੋਟਾਂ ਪਈਆਂ ਨੇ, ਔਰ ਲੱਗਦਾ ਆ ਵੀ ਜਿਹੜੇ ਹਰ ਪਾਸਿਓਂ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਹੁਣ ਜਾਂ ਫਿਰ ਜਿੱਤ ਪ੍ਰਾਪਤ ਕੀਤੀ ਆ, ਉਹਦਾ ਅਸਰ ਉਹਨਾਂ ਗੱਲਾਂ ਦਾ ਜ਼ਰੂਰ ਹੋਇਆ ਲੱਗਦਾ। ਸੋ ਇਸ ਗੱਲ ਨੂੰ ਲੈਂਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਐਡਮਿੰਟਨ ਸ਼ਹਿਰ ਵਿੱਚ ਸੀ ਉਹਨਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਇੱਥੇ ਇਕੱਠ ਕੀਤਾ ਜੀ ਮਹਾਰਾਜਾ ਬੈਂਕਟ ਹਾਲ ਦੇ ਵਿੱਚ, ਔਰ ਜਿਹਨਾਂ ਸਾਰੇ ਵਲੰਟੀਅਰਾਂ ਨੇ ਇੱਕ ਦੂਸਰੇ ਦਾ ਧੰਨਵਾਦ ਵੀ ਕੀਤਾ ਵੀ ਤੁਸੀਂ ਇਹ ਕੰਮ ਕਰ ਕੀਤਾ। ਮੀਡੀਆ ਦਾ ਧੰਨਵਾਦ ਕੀਤਾ ਕਿ ਤੁਸੀਂ ਸਾਡੀ ਕਵਰੇਜ ਕੀਤੀ ਹੈ, ਔਰ ਨਾਲ ਦੀ ਨਾਲ ਉੱਥੇ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਜੀ ਖਾਣਾ ਦਾਣਾ ਸਾਰਾ ਸਮਾਨ ਤਿਆਰ ਕੀਤਾ ਸੀਗਾ, ਉਹ ਵੀ ਪੂਰਾ ਲੋਕਾਂ ਨੇ ਆਨੰਦ ਲਿਆ। ਤੇ ਲਓ ਆਪਾਂ ਸੁਣਦੇ ਹਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਜੀ ਇੱਥੋਂ ਐਡਮਿੰਟਨ ਸ਼ਹਿਰ ਤੋਂ ਹਰਨੇਕ ਸਿੰਘ ਮਠਾਰੂ ਹੋਰੀ, ਉਹਨਾਂ ਤੋਂ ਸੁਣਦੇ ਹਾਂ ਉਹਨਾਂ ਦੇ ਵਿਚਾਰ ਕਿ ਇਹ ਆਉਣ ਵਾਲਾ ਸਮਾਂ ਜਿਹੜਾ ਕਿਸ ਤਰ੍ਹਾਂ ਦਾ ਹੋਏਗਾ ਆਮ ਆਦਮੀ ਪਾਰਟੀ ਲਈ। ਦੇਖੋ, ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਜਗਾਇਆ, ਪੰਜਾਬ ਦੇ ਲੋਕਾਂ ਨੂੰ ਇੱਕ ਆਪਸ਼ਨ ਦੇਈ ਹੈ ਵੀ ਤੁਹਾਡੇ ਕੋਲ ਇੱਕ ਹੋਰ ਵੀ ਤਰੀਕਾ ਹੈ ਕਰਨ ਦਾ। ਉਹ ਜਿਹੜੀਆਂ ਪਹਿਲੀਆਂ ਪਾਰਟੀਆਂ ਤੁਸੀਂ 50-60 ਸਾਲ ਤੋਂ ਦੇਖਦੇ ਆ ਰਹੇ ਹੈਗੇ, ਉਹਨਾਂ ਨੇ ਕਿਸੇ ਨੇ ਵੀ ਤੁਹਾਡਾ ਭਲਾ ਨਹੀਂ ਕਰਿਆ। ਉਹ ਲੀਡਰਾਂ ਨੇ ਆਪਣੇ ਭਲੇ ਕਰ ਲਏ, ਆਪਣੇ ਗਰੁੱਪਾਂ ਦੇ ਭਲੇ ਕਰ ਲਏ, ਪਰ ਆਮ ਜਨਤਾ ਦੇ ਭਲੇ ਨਹੀਂ ਹੋਏ, ਸਿਸਟਮ ਨੂੰ ਵਿਗਾੜਿਆ। ਪਹਿਲਾਂ ਲੋਕਾਂ ਦੇ ਕੋਲ ਆਪਸ਼ਨ ਨਹੀਂ ਸੀ, ਇਸ ਵਾਰੀ ਲੋਕਾਂ ਦੇ ਕੋਲ ਇੱਕ ਆਪਸ਼ਨ ਸੀ। ਉਹ ਆਪਸ਼ਨ ਦਾ ਉਹਨਾਂ ਨੇ ਦੂਜੇ ਥਾਂ ਕੰਮ ਹੁੰਦਾ ਦੇਖਿਆ। ਉਹਨਾਂ ਲੋਕਾਂ ਨੂੰ ਭਰੋਸਾ ਹੈਗਾ ਵੀ ਇਹਨਾਂ ਦੀ ਨੀਤ ਸਹੀ ਹੈ, ਸੋਚ ਇਹਨਾਂ ਦੀ ਸਹੀ ਹੈਗੀ, ਤਾਂ ਇਹ ਸਹੀ ਕਰਨਗੇ। ਇਸ ਕਰਕੇ ਨੈਚੁਰਲੀ ਲੋਕ ਉੱਧਰ ਨੂੰ ਤੁਰ ਪਏ, ਕਿਉਂਕਿ ਲੋਕ ਦੁਖੀ ਬਹੁਤ ਸੀ ਹੋਏ ਵੇ, ਪਰ ਡਰਦੇ ਸੀ, ਕਮਜ਼ੋਰ ਸੀ। ਲੋਕਾਂ ਨੂੰ ਇਹ ਸੀ ਵੀ ਜੇ ਅਸੀਂ ਸਿਸਟਮ ਦੇ ਖਿਲਾਫ ਬੋਲੇ ਤਾਂ ਜਿਹੜੇ ਇਹਨੂੰ ਕੰਟਰੋਲ ਕਰ ਦੇਣਗੇ ਇਹ ਸਾਨੂੰ ਥੱਲੇ ਲੈ ਲੈਣਗੇ। ਇਸ ਕਰਕੇ ਹੁਣ ਜਦੋਂ ਉਹਨਾਂ ਨੂੰ ਇਹ ਹੋ ਗਿਆ ਵੀ ਨਹੀਂ, ਇਹ ਹੁਣ ਬਦਲ ਕੇ ਤਾਂ ਖੂੰਜਾ ਫੇਰ ਦਿੱਤਾ ਜੀ, ਬਹੁਤ ਖੁਸ਼ੀ ਹੋਈ ਸਾਨੂੰ ਤਾਂ। ਮਠਾਰੂ ਸਾਹਿਬ, ਹੁਣ ਕਿਹੜੇ ਹੈਗੇ ਕੰਮਕਾਰ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਆਰੰਭ ਕਰੂਗੀ ਜੀ? ਦੇਖੋ, ਪਹਿਲਾਂ ਤਾਂ ਸਭ ਤੋਂ ਹੈਗਾ ਵੀ ਉੱਥੇ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਨਾ, ਵੀ ਜਿਹੜੀ ਕਰਪਸ਼ਨ ਹੈਗੀ, ਲਾਅ ਐਂਡ ਆਰਡਰ ਹੈਗੀ, ਪੁਲਿਸ ਦੇ ਕੰਮ ਹੈ, ਆਮ ਜਨਤਾ ਦੇ ਕੰਮ ਹੈਗੇ। ਪਹਿਲਾਂ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੰਭਾਲਣਾ ਹੈਗਾ ਉਹਨਾਂ ਨੇ, ਵੀ ਤਾਂ ਕਰਪਸ਼ਨ ਖਤਮ ਹੋਇਆ। ਜਿਹੜੀ ਸਿਸਟਮ ਦੇ ਵਿੱਚ ਕਰਪਸ਼ਨ ਬਣੀ ਹੋਈ ਹੈ, ਜਿੱਥੇ ਪੈਸਾ ਬਰਬਾਦ ਹੁੰਦਾ ਇੰਨਾ, ਉਹ ਸਾਰਾ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਾਵੇ। ਉਹ ਪੈਸਾ ਖਜ਼ਾਨੇ ਵਿੱਚ ਆਉਣਾ ਸ਼ੁਰੂ ਹੋਊਗਾ, ਲੋਕਾਂ ਨੂੰ ਭਰੋਸਾ ਹੋਊਗਾ, ਲੋਕਾਂ ਨੂੰ ਡਰ, ਬਿਜ਼ਨਸਮੈਨ ਨੂੰ ਵੀ ਐਂ ਕੰਫਰਟੇਬਲ ਹੋਣਗੇ ਵੀ ਕੰਮ ਹੁਣ ਵੀ ਮੈਂ ਆਪਣਾ ਬਿਜ਼ਨਸ ਕਰ ਸਕਦਾ ਹੈਗਾ, ਦੁਕਾਨਦਾਰ ਵੀ ਆਪਣਾ ਬਿਜ਼ਨਸ ਕਰ ਸਕਦਾ ਹੈ, ਕਿਸੇ ਨੂੰ ਡਰ ਨਹੀਂ ਲੱਗੂਗਾ ਇੰਸਪੈਕਟਰੀ ਰਾਜ ਤੋਂ। ਇਸ ਕਰਕੇ ਉਹ ਆਪਣਾ ਟੈਕਸ ਵੀ ਦੇਣਗੇ। ਜਦੋਂ ਗੌਰਮੈਂਟ ਕੋਲ ਪੈਸੇ ਲੱਗ ਜਾਂਦੇ ਆਉਣ ਤਾਂ ਫਿਰ ਉਹ ਆਪਣੀ ਦੂਜੀਆਂ ਸਕੀਮਾਂ, ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਇੰਪਰੂਵ ਕਰਨਾ, ਹੈਲਥ ਕੇਅਰ ਸਿਸਟਮ ਹੈ, ਪਿੰਡ ਦੇ 16,000 ਪਿੰਡਾਂ ਵਿੱਚ ਪਿੰਡ ਕਲੀਨਿਕਾਂ ਖੋਲ੍ਹਣੀਆਂ, ਉਹਦਾ ਵੀ ਕਰਨਗੇ ਉਹ ਕੰਮ। ਫਿਰ ਆਪਣੇ ਜਿਹੜੇ ਹੋਰ ਆਮ ਜਨਤਾ ਦੀਆਂ ਲੋੜਾਂ ਦੇ ਕੰਮ ਹੈਗੇ, ਜਿਸ ਤਰ੍ਹਾਂ 2500 ਰੁਪਇਆ ਹਰ ਬਜ਼ੁਰਗ ਨੂੰ ਪੈਨਸ਼ਨ ਦੇਣੀ ਹੈਗੀ ਉਹਨਾਂ ਨੇ, 1000 ਰੁਪਇਆ ਜਿਹੜੀ ਹਰ ਫੀਮੇਲ ਹੈਗੀ 18 ਸਾਲ ਤੋਂ ਉੱਤੇ ਲੇਡੀਜ਼ ਹੈ ਉਹਨਾਂ ਨੂੰ ਦੇਣੀ ਹੈ ਹਰ ਘਰ ਦੇ ਵਿੱਚ। ਆਖਰ ਨੂੰ ਲੋਕਾਂ ਦੇ ਕੋਲ ਉਹ ਥੋੜ੍ਹਾ ਜਿਹਾ ਪੈਸਾ ਪਾਉਣੇ
ਚਾਹੁੰਦੇ ਵੀ ਤਾਂ ਕਿ ਜੇ ਲੋਕਾਂ ਨੂੰ ਜੇਬ 'ਚ ਪੈਸੇ ਹੋਣਗੇ ਤਾਂ ਹੀ ਖਰਚੋਗੇ। ਪੈਸਾ ਤਾਂ ਆਖਰ ਨੂੰ ਉੱਥੇ ਹੀ ਖਰਚ ਆਉਣਾ, ਫਿਰ ਵਾਪਸ ਗੌਰਮੈਂਟ ਦੇ ਕੋਲ ਕੰਮਾਂ ਕਾਰਾਂ ਦੇ ਵਿੱਚ ਆਉਣਾ ਹੈਗਾ। ਇਸ ਕਰਕੇ ਮੈਨੂੰ ਸੰਘਾ ਸਾਹਿਬ ਪੂਰੀ ਆਸ ਹੈ, ਪੂਰੀ ਮੈਨੂੰ ਉਮੀਦ ਹੈ ਵੀ ਇਹ ਪਾਰਟੀ ਪੰਜਾਬ ਦੇ ਵਿੱਚ ਆਪਣੇ ਕੰਮ ਕਰਕੇ ਜੋ ਇਹਨਾਂ ਨੇ ਵਾਅਦੇ ਕੀਤੇ ਹੈਗੇ, ਔਰ ਬਹੁਤਾ ਲੰਮਾ ਟਾਈਮ ਵੀ ਨਹੀਂ ਇਹਨਾਂ ਨੂੰ ਚਾਹੀਦਾ, ਇਹਨਾਂ ਨੇ ਥੋੜੇ ਟਾਈਮ ਦੇ ਵਿੱਚ ਹੀ ਆਪਣੇ ਉਹ ਬਹੁਤ ਸਾਰੇ ਕੰਮ ਕਰਦੇ ਨੇ। ਉਹਦਾ ਰਿਜ਼ਲਟ ਕੀ ਹੋਣਾ ਹੈਗਾ, ਇਹ ਪੰਜਾਬ ਦਾ ਮਾਡਲ ਬਣ ਕੇ ਇੰਡੀਆ ਦੇ ਵਾਸਤੇ ਇੱਕ ਮਾਡਲ ਬਣ ਜਾਣਾ, ਇੰਡੀਆ ਵਿੱਚ ਚੇਂਜ ਆਏਗੀ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।